ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਦੇਸ਼ ਵਿਦੇਸ਼ ਦੇ ਸਰੋਤਿਆਂ ਦਾ ਸਵਾਗਤ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ। ਪੰਜਾਬ ਦੇ ਵਿੱਚ ਕੀ ਨੇ ਰਾਜਨੀਤਿਕ ਹਾਲਾਤ, ਕਿਵੇਂ ਦੇ ਸਮੀਕਰਨ ਬਣ ਰਹੇ ਨੇ, ਕਿਹੜੇ ਹਲਕੇ ਤੋਂ ਕੌਣ ਉਮੀਦਵਾਰ ਹੈ, ਸਾਰੀਆਂ ਹੀ ਖਬਰਾਂ ਦੇ ਉੱਤੇ ਝਾਤ ਪਾਵਾਂਗੇ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ। ਸੋ ਆਓ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪੱਟੀ ਸਾਹਿਬ, ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਇਹ ਆ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਿਹੜੀਆਂ ਆਪਣੇ ਪੱਤੇ ਖੋਲ੍ਹ ਰਹੀਆਂ ਨੇ। ਹੁਣ ਗੱਲ ਕੀਤੀ ਜਾਵੇ ਤਾਂ ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਟਿਕਟ ਚਾਹੁੰਦੀ ਸੀਗੀ, ਪਰ ਉੱਥੋਂ ਟਿਕਟ ਨਹੀਂ ਮਿਲੀ ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਸਾਡੀ ਪਾਰਟੀ 'ਚ ਆਜੋ, ਅਸੀਂ ਟਿਕਟ ਦੇ ਦਿੰਦੇ ਹਾਂ। ਨਾਲ ਦੀ ਨਾਲ ਪਰਮਿੰਦਰ ਸਿੰਘ ਢੀਂਡਸਾ ਵੀ ਮੈਦਾਨ 'ਚ ਨਿੱਤਰ ਆਏ, ਆਪਣੇ ਪਿਤਾ ਦੀ ਸਲਾਹ ਨਹੀਂ ਮੰਨੀ ਉਹਨਾਂ ਨੇ। ਤੇ ਇਸ ਦੇ ਨਾਲ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਤੋਂ ਚੋਣ ਮੈਦਾਨ ਦੇ ਵਿੱਚ ਆ ਗਏ ਆ। ਸੋ ਇਹ ਸਾਰੀ ਜੋ ਪ੍ਰਤੀਕਿਰਿਆ ਇਸ ਦੇ ਉੱਤੇ ਤੁਹਾਡੀ ਕੀ ਆ? ਜੋ ਕੁਛ ਇਹ ਹੋ ਰਿਹਾ, ਸਿਆਸੀ ਪਾਰਟੀਆਂ ਜਿਹੜੀਆਂ ਆਪਣੇ ਪੱਤੇ ਖੋਲ੍ਹ ਰਹੀਆਂ ਨੇ, ਪਰ ਕਾਂਗਰਸ ਵੱਲੋਂ ਵੀ ਅਜੇ ਜਿਹੜਾ ਆ ਕਈ ਉਮੀਦਵਾਰ ਜਿਹੜੇ ਉਹਨਾਂ ਦਾ ਐਲਾਨ ਨਹੀਂ ਹੋਇਆ। ਪਹਿਲੀ ਗੱਲ ਤਾਂ ਆਪਾਂ ਨਵਜੋਤ ਕੌਰ ਸਿੱਧੂ ਦੀ ਗੱਲ ਕਰਾਂਗੇ ਜੀ। ਮੈਂ ਸੋਚਦਾ ਵੀ ਉਹਨਾਂ ਦੇ ਪਤੀ ਜਿਹੜੇ ਵਿਧਾਇਕ ਤੇ ਪੰਜਾਬ ਸਰਕਾਰ 'ਚ ਮੰਤਰੀ ਨੇ ਜੀ, ਉਹਨਾਂ ਨੂੰ ਕੁਝ ਸਿੱਖਣਾ ਚਾਹੀਦਾ ਵਾ। ਮਨਪ੍ਰੀਤ ਬਾਦਲ ਜੀ, ਮਨਪ੍ਰੀਤ ਬਾਦਲ ਨੇ ਇਹ ਗੱਲ ਕਹੀ ਆ ਕਿ ਮੇਰੇ ਪਰਿਵਾਰ ਦਾ ਕੋਈ ਹੋਰ ਜੀ ਸਿਆਸਤ 'ਚ ਆ ਕੇ ਇਲੈਕਸ਼ਨ ਨਹੀਂ ਲੜੇ। ਬੜੀ ਚੰਗੀ ਗੱਲ ਜੀ। ਔਰ ਕਾਂਗਰਸ ਦੇ ਅਸੂਲਾਂ ਦੇ ਮੁਤਾਬਕ ਇਹੀ ਹੈ ਵੀ ਇੱਕ ਪਰਿਵਾਰ ਦੇ ਵਿੱਚ ਇੱਕ ਵਿਅਕਤੀ ਨੂੰ ਟਿਕਟ ਦਿੱਤੀ ਜਾਵੇਗੀ, ਦੂਜੇ ਨੂੰ ਦਿੱਤੀ ਜਾਵੇਗੀ। ਜੀ। ਬੀਬੀ ਨਵਜੋਤ ਕੌਰ ਸਿੱਧੂ ਟਿਕਟ ਕਿਉਂ ਮੰਗ ਰਹੀ ਸੀ ਚੰਡੀਗੜ੍ਹ? ਕਿਉਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜਾ ਕੈਪਟਨ ਲੌਬੀ ਆ ਉਹ ਬਹੁਤ ਜ਼ਿਆਦੀ ਹੈ। ਇਸ ਕਰਕੇ ਉਹ ਚੰਡੀਗੜ੍ਹ ਤੋਂ ਟਿਕਟ ਮੰਗ ਰਹੀ ਸੀ ਵੀ ਉੱਥੋਂ ਜਿਹੜੇ ਸੀ ਮੇਰੇ ਵੈਲਵਿਸ਼ਰ ਜ਼ਿਆਦੇ ਨੇ, ਉੱਥੋਂ ਜੀ ਸੈਂਟਰਲ ਕਮੇਟੀ ਵੀ ਨੇੜੇ ਆ ਸਕਦੀ ਹੈ। ਇੱਥੋਂ ਜਿਹੜੇ ਸੀ ਇਹਨਾਂ ਦੇ ਪੰਜਾਬ ਦੇ ਜਿਵੇਂ ਅੰਮ੍ਰਿਤਸਰ ਦੀ ਡਿਮਾਂਡ ਕੀਤੀ ਸੀ ਕਿ ਅੱਗੇ ਅੰਮ੍ਰਿਤਸਰ ਇਲੈਕਸ਼ਨ ਲੜਨਗੇ, ਅੰਮ੍ਰਿਤਸਰ ਟਿਕਟ ਨਹੀਂ ਮਿਲੀ ਜਾਂ ਉਹ ਆਪ ਵੀ ਇੰਟਰਸਟਡ ਨਹੀਂ ਸੀ। ਫਿਰ ਬਠਿੰਡੇ ਤੋਂ ਗੱਲ ਚੱਲੀ, ਬਠਿੰਡੇ ਤੋਂ ਖੜਨਗੇ, ਉਹਨਾਂ ਕਿਹਾ ਜੀ ਜੇ ਮੈਨੂੰ ਚੰਡੀਗੜ੍ਹ ਟਿਕਟ ਨਹੀਂ ਮਿਲੀ ਤੇ ਮੈਂ ਬਠਿੰਡੇ ਤੋਂ ਚੋਣ ਨਹੀਂ ਲੜਨੀ। ਚੰਗਾ ਕੀਤਾ ਉਹਨਾਂ ਜੀ, ਕਿਉਂਕਿ ਜਿਹੜੇ ਹਾਲਾਤ ਨੇ ਉਹ ਸਿੱਧੂ ਪ੍ਰਤੀ ਜਿਹੜੀ ਹਾਕਮ ਦੇ ਨਾਲ ਦੀ ਹੈਗੀ ਆ ਕੈਪਟਨ ਧੜਾ ਕੋਈ ਸਾਜ਼ਗਰ ਨਹੀਂ ਜੀ। ਬਹੁਤ ਸਾਰੇ ਐਮਐਲਏ ਜਿਹੜੇ ਆ ਉਹ ਅੰਦਰ ਖੱਤ ਜਿਹੜੇ ਚੁੱਭਦੇ ਨੇ ਸਿੱਧੂ ਨਾਲ ਵੀ ਇਹ ਬਾਤ ਦੂਸਰੀ ਪਾਰਟੀ 'ਚੋਂ ਆ ਕੇ ਤੇ ਮੰਤਰੀ ਬਣ ਗਿਆ ਤੇ ਸੀਨੀਅਰ ਮੰਤਰੀ ਬਣ ਗਿਆ, ਸਟਾਰ ਕੰਪੇਨਰ ਵੀ ਬਣ ਗਿਆ। ਸਿੱਧੀ ਗੱਲਬਾਤ ਵੀ ਰਾਹੁਲ ਗਾਂਧੀ ਨਾਲ, ਸਿੱਧੀ ਗੱਲ ਵੀ ਰਾਹੁਲ ਪ੍ਰਧਾਨ ਨਾਲ ਹੈਗੀ ਹੈ, ਪਾਰਟੀ ਪ੍ਰਧਾਨ ਨਾਲ ਚੰਗੀ ਗੁੱਡਵਿਲ ਆ, ਉਹ ਬਰਦਾਸ਼ਤ ਨਹੀਂ ਕਰਦੇ। ਇਸ ਕਰਕੇ ਮੈਂ ਇਹ ਸੋਚਦਾ ਵੀ ਚੰਗਾ ਕੀਤਾ ਜੇ ਟਿਕਟ ਉਹਨੂੰ ਨਹੀਂ ਦਿੱਤੀ। ਜੇ ਟਿਕਟ ਦਿੱਤੀ ਜਾਂਦੀ ਤੇ ਉਹਨੂੰ ਵੀ ਹਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਣੀ ਸੀ ਉੱਥੇ ਜੀ। ਤੇ ਬੀਬੀ ਇਹ ਗੱਲ ਕਿਉਂ ਨਹੀਂ ਸਮਝਦੀ? ਜਾਂ ਬੀਬੀ ਇਹ ਆਪਣਾ ਵਜ਼ਨ ਵਧਾ ਰਹੀ ਸੀ ਕਿ ਮੈਨੂੰ ਵੀ ਹੋਰ ਮਹਿਕਮਾ ਦਿਓ ਜਾਂ ਰਾਜ ਸਭਾ ਟਿਕਟ ਦਿਓ, ਮੈਂ ਰਾਜ ਸਭਾ ਚਲ ਜਾਵਾਂ ਜੀ। ਇਸ ਤਰ੍ਹਾਂ ਦੀ ਗੱਲਬਾਤ ਵੀ ਹੋ ਸਕਦੀ ਹੈ ਜੀ। ਅੱਗੇ ਚੱਲੀਏ ਆਪਾਂ ਪਰਮਿੰਦਰ ਸਿੰਘ ਢੀਂਡਸਾ ਜੀ। ਸੁਖਬੀਰ ਸਿੰਘ ਬਾਦਲ ਨੇ ਖੜਾ ਤੇ ਕਰ ਦਿੱਤਾ। ਜਿਹੜਾ ਉਮੀਦਵਾਰ ਆਪ ਹੀ ਇੰਨੀ ਗੱਲ ਕਹਿੰਦਾ ਵੀ ਮੈਂ ਇੰਟਰਸਟਡ ਨਹੀਂ, ਮੈਂ ਚੋਣ ਲੜਨ 'ਚ ਇੰਟਰਸਟਡ ਨਹੀਂ, ਪਾਰਟੀ ਨੇ ਹੁਕਮ ਕਰਤਾ ਤੇ ਚਲੋ ਮੈਂ ਇਲੈਕਸ਼ਨ ਲੜ ਲੈਂਦਾ। ਇਹੋ ਗੱਲ ਭਗਵੰਤ ਮਾਨ ਵੀ ਕਹਿ ਰਿਹਾ ਕਿ ਜੇਬ ਦੇ ਵਿੱਚ ਹੀ ਹਾਰ ਪਾ ਕੇ ਤੁਰੇ ਫਿਰਨ ਡਏ ਆ ਉਹ, ਕਿ ਮੈਂ ਇੰਟਰਸਟਡ ਹੀ ਨਹੀਂ। ਜਦੋਂ ਤੇ ਫਿਰ ਬੰਦਾ ਅੱਧਾ ਤੇ ਹਾਰਿਆ ਉਦੋਂ ਹੀ ਆ। ਬਿਲਕੁਲ, ਜਦੋਂ ਇੰਟਰਸਟਡ ਨਹੀਂ ਮਤਲਬ ਹਾਰ ਉਹਨਾਂ ਪੱਲੇ ਬੰਨ ਲਈ ਪਹਿਲਾਂ ਹੀ ਜੀ। ਸਿਰਫ ਇਸ ਕਰਕੇ ਸੁਖਬੀਰ ਬਾਦਲ ਨੇ ਇਹ ਪੱਤਾ ਖੇਡਿਆ ਵੀ ਹੁਣ ਜਿਹੜਾ ਸੁਖਦੇਵ ਸਿੰਘ ਢੀਂਡਸਾ ਵਾ ਉੱਥੋਂ ਅਕਾਲੀ ਉਮੀਦਵਾਰ ਦਾ ਵਿਰੋਧ ਨਹੀਂ ਕਰੇਗਾ। ਜੇ ਕਿਤੇ ਕੋਈ ਹੋਰ ਉਮੀਦਵਾਰ ਹੁੰਦਾ ਤੇ ਉਹਨੇ ਵਿਰੋਧ ਕਰਨਾ ਸੀ। ਆਪਣੇ ਖੇਮੇ ਦੀ ਵੋਟ ਜਿਹੜੀ 5-7 ਹੈਗੀ ਸੀ ਉਹ ਕਾਂਗਰਸ ਨੂੰ ਪਾਉਣੀ ਸੀ ਜਾਂ ਭਗਵੰਤ ਮਾਨ ਨੂੰ ਪਾਉਣੀ ਸੀ ਜੀ। ਹੁਣ ਆਪਣੇ ਬੇਟੇ ਦਾ ਜੇ ਹੱਕ 'ਚ ਨਹੀਂ ਤੁਰੇਗਾ ਤੇ ਵਿਰੋਧ ਨਹੀਂ ਕਰੇਗਾ। ਸੁਖਦੇਵ ਸਿੰਘ ਢੀਂਡਸਾ ਨੇ ਵੀ ਕਹਿ ਦਿੱਤਾ ਵੀ ਮੈਂ ਇਲੈਕਸ਼ਨ ਕੰਪੇਨ 'ਚ ਨਹੀਂ ਜਾਊਂਗਾ ਜੀ, ਲੇਕਿਨ ਮੈਂ ਆਪਣੇ ਬੇਟੇ ਨੂੰ ਸ਼ੁਭ ਆਸ਼ਾਵਾਂ ਜ਼ਰੂਰ ਦਿੱਤੀਆਂ ਪਰ ਉਹਨੇ ਮੇਰਾ ਕਹਿਣਾ ਨਹੀਂ ਮੰਨਿਆ ਜੀ। ਅੱਗੇ ਆ ਜੀ ਆਪਾਂ ਬੈਂਸ ਦੇ ਉੱਤੇ ਜੀ। ਸਿਮਰਜੀਤ ਸਿੰਘ ਬੈਂਸ ਜਦੋਂ ਪਿਛਲੀ ਵਾਰੀ ਚੋਣ ਲੜੀ ਸੀ ਤੇ ਚੰਗੀ ਵੋਟ ਲੈ ਗਏ ਸੀ, ਲੱਖਾਂ ਦੇ ਹਿਸਾਬ ਨਾਲ ਵੋਟ ਲੈ ਗਏ ਸੀ ਜੀ। ਔਰ ਪੰਜਾਬ ਡੈਮੋਕ੍ਰੇਟ ਫਰੰਟ ਦਾ ਇੱਕ ਮੈਂ ਸੋਚਦਾ ਵੀ ਵਧੀਆ ਉਹਨਾਂ ਦੀ ਆਪਣੀ ਰਾਏ ਆ, ਵਧੀਆ ਉਹਨਾਂ ਦਾ ਫੰਡਾ ਵਾ ਜੀ ਵੀ ਵੱਡੇ ਲੀਡਰ ਜਿੰਨੇ ਵੀ ਉਹਨਾਂ ਨੂੰ ਖੜੇ ਕਰੋ ਤਾਂ ਕਿ ਉਹਨਾਂ ਦੀ ਹੋਂਦ ਦਾ ਵੀ ਪਤਾ ਲੱਗ ਸਕੇ ਤੇ ਨਾਲ ਇਹ ਵੀ ਪਤਾ ਲੱਗ ਸਕੇ ਪਾਰਟੀ ਨੂੰ ਕਿੰਨੀ ਕੁ ਵੋਟ ਮਿਲਦੀ ਹੈ। ਤੇ ਸਿਮਰਜੀਤ ਸਿੰਘ ਬੈਂਸ ਨੇ ਇਲੈਕਸ਼ਨ ਲੜੀ ਹੈ ਉੱਥੇ, ਆਪਣਾ ਨਾਮ ਉਹਦਾ ਨਾਂ ਆਇਆ ਸਾਹਮਣੇ। ਉਹਨਾਂ ਦੇ ਜਿਹੜੇ ਭਰਾ ਨੇ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਨੇ, ਉਹਨਾਂ ਨੇ ਬਲਵਿੰਦਰ ਸਿੰਘ ਬੈਂਸ ਨੇ ਇਹ ਅਨਾਊਂਸ ਕੀਤਾ ਕਿ ਇਲੈਕਸ਼ਨ ਲੜ ਲੈਣਗੇ ਜੀ। ਤੇ ਚੰਗੀ ਗੱਲ ਆ
ਔਰ ਮੈਂ ਸੋਚਦਾ ਵੀ ਜੇ ਮੈਂ ਸਿਲੈਕਸ਼ਨ ਲੜਦਾ ਅੱਜ ਦੀ ਕੱਲ ਨਹੀਂ ਪਰਸੋਂ ਦੇ ਇੱਕ ਦਿਨ ਕਾਮਯਾਬੀ ਉੱਥੋਂ ਜ਼ਰੂਰ ਮਿਲੇਗੀ ਕਿਉਂਕਿ ਉਹਨਾਂ ਦੇ ਕਾਫੀ ਚੰਗਾ ਆਧਾਰ ਹੈ ਲੁਧਿਆਣੇ ਦੇ ਵਿੱਚ। ਜੀ ਜੀ। ਇਸ ਦੇ ਨਾਲ ਪੱਟੀ ਸਾਹਿਬ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਜਿਹੜੀ ਆ ਉਹ ਬਠਿੰਡਾ ਤੋਂ ਆਪਣੇ ਪੱਤੇ ਜਿਹੜੇ ਆ ਉਹ ਅਜੇ ਨਹੀਂ ਖੋਲ੍ਹ ਰਹੀ ਤੇ ਇਸ ਦੇ ਨਾਲ ਬਠਿੰਡਾ ਦੀ ਸੀਟ ਦੇ ਉੱਤੇ ਹਰਸਿਮਰਤ ਦਾ ਪ੍ਰਚਾਰ ਇੰਨੀ ਦਿਨੀ ਜ਼ੋਰਾਂ ਤੇ ਚੱਲ ਰਿਹਾ ਆ। ਸੋਸ਼ਲ ਮੀਡੀਆ ਦੀ ਗੱਲ ਕਰ ਲਈ ਜਾਵੇ ਤਾਂ ਲਾਈਵ ਹੋ ਕੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਕਾਂਗਰਸ ਦੇ ਵੱਲੋਂ ਅਜੇ ਉਮੀਦਵਾਰ ਨਾ ਉਤਾਰਨਾ ਤੁਸੀਂ ਕੀ ਸਮਝਦੇ ਹੋ ਕਿ ਹਰਸਿਮਰਤ ਦੇ ਨਾਲ ਜਾਂ ਕੋਈ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਦੇ ਨਾਲ ਕੋਈ ਸੈਟਿੰਗ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਜਾਂ ਕੀ ਹੋ ਰਿਹਾ? ਜਿਹੜੀ 2009 ਦੀ ਇਲੈਕਸ਼ਨ ਲੜੀ ਸੀ ਇਹਨਾਂ ਨੇ ਜੀ, ਉਸ ਚੋਣ ਦੇ ਵਿੱਚ ਸ਼ਰੇਆਮ ਸਾਬਤ ਹੋ ਗਿਆ ਸੀਗਾ ਕਿ ਅਮਰਿੰਦਰ ਸਿੰਘ ਨੇ ਬਠਿੰਡੇ ਦਾ ਤੇ ਪਟਿਆਲੇ ਦਾ ਆਪਸੀ ਸਮਝੌਤਾ ਕੀਤਾ ਜੀ। ਭਾਵੇਂ ਉੱਥੋਂ ਬਠਿੰਡੇ ਤੋਂ ਉਹਨਾਂ ਦਾ ਬੇਟਾ ਰਣਿੰਦਰ ਸਿੰਘ ਚੋਣ ਲੜ ਰਿਹਾ ਸੀ ਲੇਕਿਨ ਉਹਨਾਂ ਨੇ ਜਾ ਕੇ ਕੰਪੇਨ ਨਹੀਂ ਕੀਤੀ ਸੀ। ਜੀ। ਕਿਉਂਕਿ ਨਹੀਂ ਕੀਤੀ ਸੀ? ਉਹਨਾਂ ਨੇ ਬਾਦਲਾਂ ਨੂੰ ਕਿਹਾ ਸੀ ਤੁਸੀਂ ਪਟਿਆਲੇ ਨਹੀਂ ਆਉਣਾ ਤੇ ਮੈਂ ਉੱਥੇ ਨਹੀਂ ਜਾਂਦਾ ਕਿ ਤੁਸੀਂ ਉਹ ਸੀਟ ਜਿੱਤ ਲਓ ਮੈਂ ਜਿੱਤ ਜੂਗਾ। ਜੀ। ਇਹ ਇਹਨਾਂ ਦਾ ਲੈਣ ਦੇਣ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਐਤਕੀ ਵੀ ਚਾਹੁੰਦੇ ਆ ਵੀ ਘੱਟੋ ਘੱਟ 2-3 ਸੀਟਾਂ ਜਿਹੜੀਆਂ ਨੇ ਉਹ ਅਕਾਲੀ ਦਲ ਜਿੱਤ ਜਾਵੇ ਜੀ, ਕਿਉਂ ਸਾਡੀ ਇੱਕ ਜਿਹੜੀ ਰਿਸ਼ਤੇਦਾਰੀ ਬਣੀ ਰਹੇ, ਰਜਵਾੜਾ ਸ਼ਾਹੀ ਕਾਇਮ ਰਹੇ। ਉਹ ਇਹ ਗੱਲ ਚਾਹੁੰਦੇ ਨੇ। ਉਹ ਭਾਵੇਂ ਟਕਸਾਲੀਆਂ ਦੀ ਜੋ ਮਰਜ਼ੀ ਹੋਵੇ, ਟਕਸਾਲੀਆਂ ਦੇ ਬਹੁਤਾ ਹੱਕ 'ਚ ਨਹੀਂ, ਉਹ ਬਾਦਲ ਪਰਿਵਾਰ ਦੇ ਹੱਕ ਦੇ ਵਿੱਚ। ਜੀ। ਮਨਪ੍ਰੀਤ ਸਿੰਘ ਬਾਦਲ ਨੇ ਜਿਹੜੀ ਨਾ ਕੀਤੀ, ਮੈਂ ਸੋਚਦਾ ਚੰਗਾ ਨਹੀਂ ਕੀਤਾ। ਜੇ ਮਨਪ੍ਰੀਤ ਸਿੰਘ ਬਾਦਲ ਐਤਕੀ ਚੋਣ ਲੜਦਾ ਤੇ ਉਹ ਐਤਕੀ ਉੱਥੋਂ ਸੀਟ ਬੜੇ ਆਰਾਮ ਨਾਲ ਕੱਢ ਸਕਦਾ ਸੀ। ਜੀ। ਨਵਜੋਤ ਕੌਰ ਸਿੱਧੂ ਤੋਂ ਬਾਅਦ ਮਨਪ੍ਰੀਤ ਨੇ ਨਾ ਕਰਤੀ ਵੀ ਮੈਂ ਇਲੈਕਸ਼ਨ ਨਹੀਂ ਲੜਨੀ। ਹਾਲੀ ਕਿ ਜਿਹੜੇ ਰਾਹੁਲ ਗਾਂਧੀ ਆ ਉਹ ਚਾਹੁੰਦੇ ਵੀ ਮਨਪ੍ਰੀਤ ਇਲੈਕਸ਼ਨ ਲੜੀ। ਅਜੇ ਸਪਸ਼ਟ ਨਹੀਂ ਕੁਛ ਹੋਇਆ। ਲੇਕਿਨ ਗੁਰਮੀਤ ਸਿੰਘ ਖੁੱਡੀਆਂ ਲੈ ਲਓ, ਅਜੀਤ ਸਿੰਘ ਮੋਫਰ ਲੈ ਲਓ, ਪ੍ਰੇਮ ਗਰਗ ਲੈ ਲਓ, ਸਿੰਗਲਾ ਸ਼ਰੀਫ ਗਰਗ, ਸਾਬਕਾ ਵਿਧਾਇਕ ਮਾਨਸਾ ਉਹ ਲੈ ਲਓ। ਇਹ ਸਾਰੇ ਉੱਥੇ ਉਮੀਦਵਾਰ ਹੈਗੇ। ਲੇਕਿਨ ਹਰਸਿਮਰਤ ਦੇ ਮੁਕਾਬਲੇ ਵਿੱਚ ਜੇ ਕੋਈ ਤਕੜਾ ਉਮੀਦਵਾਰ ਆਊਗਾ ਤਾਂ ਉਹਨੂੰ ਹਰਾਉਣਾ ਸੌਖਾ ਹੋਊਗਾ, ਅਦਰਵਾਈਜ਼ ਹਰਾਉਣਾ ਬੜਾ ਔਖਾ। ਜੀ। ਔਰ ਈਵਨ ਇੱਥੋਂ ਤੱਕ ਜਿਹੜੀ ਕੈਪਟਨ ਦੀ ਨੀਅਤ ਸੀ ਉਹਦੇ ਉੱਤੇ ਸ਼ੱਕ ਜ਼ਾਹਰ ਹੁੰਦਾ ਵਾ ਵੀ ਜਦੋਂ ਜਾ ਕੇ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਸੀ ਸੁਨੀਲ ਜਾਖੜ ਨੇ ਨਿਕਲ ਕਹਿ ਦਿੱਤੀ ਜੀ ਵੀ ਬਠਿੰਡੇ ਬਾਰੇ ਜਿਹੜਾ ਵਾ ਕੈਪਟਨ ਅਮਰਿੰਦਰ ਸਿੰਘ ਨੂੰ ਢਿੱਲੇ ਨਹੀਂ ਪੈਣਾ ਚਾਹੀਦਾ। ਇਹਦਾ ਮਤਲਬ ਕਿਤੇ ਨਾ ਕਿਤੇ ਢਿੱਲ ਹੈਗੀ ਆ। ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਵੀ ਉੱਥੋਂ ਹਰਸਿਮਰਤ ਕੌਰ ਚੋਣ ਜਿੱਤ ਜਾਵੇ। ਜੀ। ਜੇ ਸਟੇਟ ਦਾ ਪ੍ਰਧਾਨ ਇੰਨੀ ਗੱਲ ਕਹਿੰਦਾ ਤੇ ਇਹ ਕਿਤੇ ਕਿਤੇ ਗੜਬੜ ਜ਼ਰੂਰ ਹੈਗੀ ਆ। ਜਿਹੜੀ ਇਹ ਕਾਂਗਰਸ ਦੇ ਦੋ ਧੜੇ ਨੇ ਇਸ ਵੇਲੇ। ਇੱਕ ਧੜਾ ਚਾਹੁੰਦਾ ਵੀ ਇੱਥੇ ਅਕਾਲੀਆਂ ਨੂੰ ਚਣੇ ਚਬਾਈ ਨੂੰ ਲੋਹੇ ਦੇ, ਜਿਹੜਾ ਕੈਪਟਨ ਧੜਾ ਚਾਹੁੰਦਾ ਨਹੀਂ ਨਰਮੀ ਵਰਤ ਕੇ ਹਰਸਿਮਰਤ ਨੂੰ ਚਲਾਇਆ ਜਾਵੇ। ਉਮੀਦ ਹੈ ਵੀ ਐਤਕੀ ਸ਼ਾਇਦ ਉੱਥੋਂ ਬੀਬੀ ਹਰਸਿਮਰਤ ਕੌਰ ਦਾ ਜਿੱਤਣਾ ਬੜਾ ਮੁਸ਼ਕਿਲ ਹੋਏਗਾ। ਇਸੇ ਕਰਕੇ ਅਜੇ ਤੱਕ ਸੁਖਬੀਰ ਸਿੰਘ ਬਾਦਲ ਵੀ ਅਨਾਉਂਸ ਨਹੀਂ ਕਰ ਰਿਹਾ ਵੀ ਪਹਿਲਾਂ ਕਾਂਗਰਸ ਦਾ ਉਮੀਦਵਾਰ ਅਨਾਉਂਸ ਹੋ ਜਾਵੇ ਫਿਰ ਅਸੀਂ ਅਨਾਉਂਸ ਕਰੀਏ। ਤੇ ਮੈਂ ਉਮੀਦ ਕਰਦਾ ਵੀ ਕੈਪਟਨ ਦੀ ਜਿਹੜੀ ਨੀਤੀ ਆ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਸਿੱਖ ਚੈਨਲ ਦੇ ਉੱਤੇ ਵੀ ਕੈਪਟਨ ਦੀ ਨੀਤੀ ਆ ਵੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਜਿਤਾਉਣੀ ਜਾਂਦਾ ਤੇ ਅੱਜ ਵੀ ਨੀਤੀ ਆ। ਜੀ। ਲੇਕਿਨ ਰਾਹੁਲ ਗਾਂਧੀ ਜਿਹੜਾ ਪੰਜਾਬ ਦੇ ਉੱਤੇ ਪੂਰਾ ਫੋਕਸ ਕਰੀ ਬੈਠੇ ਆ ਵੀ ਕਿੱਥੇ ਕੀ ਹੋਇਆ ਕਿੱਥੇ ਕੀ ਨਹੀਂ ਹੋ ਰਿਹਾ। ਉਹ ਫੋਕਸ ਕਰਨ ਤੋਂ ਬਾਅਦ ਐਕਸ਼ਨ ਕੀ ਲੈਂਦੇ ਆ ਇਹ ਤੇ ਬਾਅਦ ਪਤਾ ਲੱਗੇਗਾ। ਜੀ। ਪੱਟੀ ਸਾਹਿਬ ਗੱਲ ਕਰੀਏ ਸ਼ੇਰ ਸਿੰਘ ਘੁਬਾਇਆ ਦੀ ਤਾਂ ਕਾਂਗਰਸ ਸ਼ੇਰ ਸਿੰਘ ਘੁਬਾਇਆ ਨੂੰ ਵੀ ਟਿਕਟ ਦੇਣ ਦੇ ਬਹੁਤਾ ਹੱਕ ਦੇ ਵਿੱਚ ਨਹੀਂ ਹੈਗੀ। ਕਿਸੇ ਹੋਰ ਕੈਂਡੀਡੇਟ ਨੂੰ ਜਿਹੜਾ ਆ ਉਹ ਉਤਾਰਿਆ ਜਾ ਸਕਦਾ ਆ। ਇਸ ਦੇ ਨਾਲ ਸੁਖਬੀਰ ਬਾਦਲ ਦੀ ਵੀ ਚਰਚਾ ਚੱਲ ਰਹੀ ਆ ਕਿ ਅਕਾਲੀਆਂ ਵੱਲੋਂ ਸੁਖਬੀਰ ਬਾਦਲ ਚੋਣ ਜਿਹੜੀ ਆ ਉਹ ਉੱਥੋਂ ਲੜ ਸਕਦੇ ਆ। ਸੁਖਬੀਰ ਸਿੰਘ ਬਾਦਲ ਜੀ ਮੌਕਾ ਵੇਖਣਗੇ ਕਿ ਉਮੀਦਵਾਰ ਕਿਹੜਾ ਆਉਂਦਾ। ਜੀ। ਉੱਥੇ 19% ਵੋਟ ਜਿਹੜੀ ਰਾਜ ਸਿੱਖਾਂ ਦੀ ਹੈ। ਜੀ। ਜਿਹੜੇ ਇਹ ਨਵੀਂ ਸੀਡੀ ਇਕਾਈ ਆ ਜਿਹੜੀ ਉਹ ਰਿਸ਼ਵਤ ਮੰਗਣ ਦੀ ਜੀ ਸਟਿੰਗ ਆਪਰੇਸ਼ਨ ਇੱਕ ਆਇਆ ਉਹਦੇ ਬਾਰੇ ਉਹਨਾਂ ਦੇ ਬੇਟੇ ਨੇ ਵੀ ਕਿਹਾ ਤੇ ਉਹਨਾਂ ਨੇ ਕਿਹਾ ਵੀ ਇਹ ਸੁਖਬੀਰ ਬਾਦਲ ਦੀ ਚਾਲ ਆ। ਘੁਬਾਇਆ ਦਾ ਕਿਹਾ ਵੀ ਸਾਡੀ ਆਵਾਜ਼ ਡੱਬ ਕੀਤੀ ਗਈ ਹੈ। ਇਹ ਡੱਬ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ, ਇਹੀ ਇਲਜ਼ਾਮ ਚੌਧਰੀ ਸੰਤੋਖ ਸਿੰਘ ਤੇ ਲੱਗੇ ਸੀ ਜਿਹਨੂੰ ਜਲੰਧਰ ਤੋਂ ਟਿਕਟ ਫਿਰ ਦਿੱਤੀ ਗਈ ਹੈ। ਜਿਨ੍ਹਾਂ ਦੇ ਸਾਹਮਣੇ ਕੇਪੀ ਆ ਜਿੰਦਰ ਸਿੰਘ ਕੇਪੀ ਉਹ ਡਟੇ ਹੋਏ ਨੇ ਵੀ ਮੈਂ ਜਿਹੜਾ ਮੇਰੇ ਇੱਥੇ ਮੈਨੂੰ ਟਿਕਟ ਦਿੱਤੀ ਤੇ ਮੈਂ ਬਖਸ਼ੂਗਾ ਨਹੀਂ ਕਿਸੇ। ਭਾਵੇਂ ਕਿ ਸੰਤੋਖ ਸਿੰਘ ਚੌਧਰੀ ਕਹਿ ਰਹੇ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਅਸੀਂ ਮਨਾ ਲਾਂਗੇ ਅਸੀਂ ਕਰ ਲਾਂਗੇ, ਲੇਕਿਨ ਅਜੇ ਤੱਕ ਕੇਪੀ ਦੇ ਉਹਨਾਂ ਦੇ ਅੱਖ ਹੀ ਨਹੀਂ ਲੱਗੀ। ਹੁਣ ਗੱਲ ਕਰੀਏ ਘੁਬਾਏ ਦੀ। ਅਸੀਂ ਸੋਚਦੇ ਹਾਂ ਵੀ ਘੁਬਾਏ ਦੀ ਸਥਿਤੀ ਉੱਥੋਂ ਹੋਰ ਮਜ਼ਬੂਤ ਉਸ ਦਿਨ ਹੋ ਗਈ ਸੀ ਜਿੱਦਣ ਮੋਹਨ ਸਿੰਘ ਫਲੀਆਂ ਵਾਲੇ ਨੇ ਕਾਂਗਰਸ ਜੁਆਇਨ ਕਰ ਲਈ ਸੀ। ਜੀ। ਕਿਉਂ ਕਾਂਗਰਸ ਉੱਥੋਂ ਉਹ ਵੀ 2 ਵਾਰੀ MP ਰਿਹਾ ਵਾ ਮੋਹਨ ਸਿੰਘ ਫਲੀਆਂ ਵਾਲਾ ਬਸਪਾ ਟਿਕਟ ਤੋਂ। ਜੀ। ਤਾਂ ਉਹ ਵੀ ਰਾਜ ਸਿੱਖ। ਜੀ।
ਸੁਖਬੀਰ ਸਿੰਘ ਬਾਦਲ ਤਦ ਇਲੈਕਸ਼ਨ ਲੜੇਗਾ ਜੇ ਸ਼ੇਰ ਸਿੰਘ ਭਾਈ ਨੂੰ ਟਿਕਟ ਨਹੀਂ ਮਿਲਦੀ ਜੀ। ਲੇਕਿਨ ਕੈਪਟਨ ਅਮਰਿੰਦਰ ਸਿੰਘ ਵੀ ਚਾਹੁੰਦਾ ਵੀ ਉਹ ਉੱਥੇ ਸੁਖਬੀਰ ਸਿੰਘ ਬਾਦਲ ਜੇ ਖੜਦਾ ਤੇ ਉਹਨੂੰ ਵੀ ਜਿਤਾਉਣਾ ਮੇਰੇ ਲਈ ਜ਼ਰੂਰੀ ਆ ਜੀ। ਤੇ ਕੈਪਟਨ ਅਮਰਿੰਦਰ ਸਿੰਘ ਉੱਥੋਂ ਹਾਲ ਦੀ ਕੜੀ ਭਵਾਈ ਦੇ ਵਿਰੁੱਧ ਸਾਜ਼ਿਸ਼ਾਂ ਰਚ ਰਹੇ ਨੇ ਵੀ ਇਹਨੂੰ ਟਿਕਟ ਨਾ ਦਿੱਤੀ ਜਾਵੇ ਕਿਉਂਕਿ 3 ਸੀਟਾਂ ਉਹ ਚਾਹੁੰਦੇ ਨੇ, ਇੱਕ ਤਰਨਤਾਰਨ ਵਾਲੀ ਜੀ, ਇੱਕ ਫਿਰੋਜ਼ਪੁਰ ਵਾਲੀ ਤੇ ਇੱਕ ਬਠਿੰਡੇ ਵਾਲੀ। ਕੈਪਟਨ ਅਮਰਿੰਦਰ ਸਿੰਘ ਵੀ ਤਿੰਨੇ ਸੀਟਾਂ ਅਕਾਲੀ ਜਿੱਤਣ ਜੀ, ਇਹਨਾਂ ਦੀ ਹੋਂਦ ਬਣੀ ਰਵੇ ਜੀ। ਲੇਕਿਨ ਜਿਹੜੀ ਹਾਈ ਕਮਾਂਡ ਉਹ ਚਾਹੁੰਦੀ ਹੈ ਵੀ ਸਾਨੂੰ 13 ਦੀ 13 ਸੀਟਾਂ ਚਾਹੀਦੀਆਂ ਨੇ ਤੇ ਜੇ ਇਹ ਨੀਤੀ ਸਾਬਤ ਹੋ ਗਈ ਕੈਪਟਨ ਅਮਰਿੰਦਰ ਸਿੰਘ ਦੀ, ਖੁਦਾ ਨਾ ਖਾਸਤਾ ਸੈਂਟਰ ਦੇ ਵਿੱਚ ਕਾਂਗਰਸ ਜਿਹੜੀ ਅਲਾਇੰਸ ਸਰਕਾਰ ਬਣ ਗਈ ਜੀ, ਤਾਂ ਵੀ ਕੈਪਟਨ ਜਾਏਗਾ ਜੀ। ਜੇ ਨਾ ਬਣੀ ਤੇ ਜੇ ਸਬੂਤ ਮਿਲ ਗਏ ਤੇ ਫਿਰ ਵੀ ਕੈਪਟਨ ਜਾਏਗਾ। ਕੈਪਟਨ ਨੂੰ ਆਪਣੀ ਸੀਟ ਬਚਾਉਣੀ ਚਾਹੀਦੀ ਹੈ ਵੀ ਇਹ ਤਾਂ ਹੋਵੇ ਤੈਨੂੰ ਚੁੱਕ ਕੇ ਬਾਹਰ ਜੀ। ਮੈਂ ਤੁਹਾਡੇ ਨਾਲ ਪੁਰਾਣੀ ਗੱਲ ਕਰਨ ਲੱਗਾ ਹਾਂ, ਇੱਕ ਵਾਰੀ ਬੜੀ ਵੇਵ ਚੱਲੀ ਸੀ, ਕੈਪਟਨ ਹੋ ਗਈ ਸੀ। ਕੈਪਟਨ ਨੂੰ ਬੀਜੇਪੀ ਨੇ ਕਹਿਤਾ ਵੀ ਤੁਸੀਂ ਆਪਣੀ ਇੱਕ ਵੱਖਰੀ ਪਾਰਟੀ ਬਣਾ ਲਓ ਤੇ ਅਸੀਂ ਤੁਹਾਡੀ ਸਪੋਰਟ ਕਰਾਂਗੇ, ਆਪਾਂ ਰਲ ਕੇ ਇਲੈਕਸ਼ਨ ਲੜਾਂਗੇ ਕਾਦੀਆਂ ਤੋਂ ਕੀ ਨਾਲ। ਕੈਪਟਨ ਨੇ ਆਪਣੇ ਮੋਦੀ ਮਹਿਲ ਦੇ ਵਿੱਚ ਜਿਹੜੇ ਸੀ ਐਮਐਲਏ ਜਿਹੜੇ ਸੀ ਕਾਂਗਰਸੀ ਉਹਨਾਂ ਦੀ ਮੀਟਿੰਗ ਬੁਲਾਈ ਤੇ 44-45 ਐਮਐਲਏ ਜਿਸ 28 ਐਮਐਲਏ ਗਏ ਸੀ। 28 ਐਮਐਲਏ ਜਿਸ ਵਿੱਚ 4 ਬੰਦੇ ਸੀਗੇ, ਇੱਕ ਰਾਣਾ ਸੋਢੀ, ਇੱਕ ਸੁਖ ਸਰਕਾਰੀਆ, ਇੱਕ ਕੈਪਟਨ ਆਪ ਤੇ ਇੱਕ ਹੋਰ ਸੀਗੇ, 4 ਬੰਦੇ ਸੀਗੇ। ਇੱਕ ਗੁਰਜੀਤ ਰਾਣਾ ਜੀ। ਇਹ 4 ਬੰਦੇ ਸੀ ਜਿਨ੍ਹਾਂ ਨੇ ਕਿਹਾ ਸੀ ਵੀ ਅਸੀਂ ਕੈਪਟਨ ਦੇ ਨਾਲ ਹਾਂ ਤੇ ਬਾਕੀ ਬੰਦਿਆਂ ਨੇ ਉਹਨੇ ਮੂੰਹ ਤੇ ਕਹਿਤਾ ਸੀ ਅਸੀਂ ਕਾਂਗਰਸ ਨਹੀਂ ਛੱਡ ਸਕਦੇ, ਸਾਨੂੰ ਕਾਂਗਰਸ ਨੇ ਬਹੁਤ ਕੁਝ ਦਿੱਤਾ ਜੀ। ਇਸ ਕਰਕੇ ਇਹ ਮਤ ਸੋਚਣ ਕੈਪਟਨ ਸਾਹਿਬ ਵੀ ਮੈਂ ਆਪਣੀ ਤਿਕੜਬਾਜ਼ੀ ਕਰਕੇ ਜਿਹੜੀ ਸੀ ਅਕਾਲੀਆਂ ਦੀ ਮਦਦ ਕਰ ਲੂੰਗਾ, ਜੇ ਕੀਤੀ ਸਾਬਤ ਹੋ ਗਈ, ਜੇ ਸਰਕਾਰ ਬਣ ਗਈ ਤੇ ਇਹਨਾਂ ਨੂੰ ਉੱਦਾਂ ਵਹਿ ਤੋਂ ਉੱਦਾਂ ਵੀ ਸਰਕਾਰ ਬਣ ਗਈ ਸਾਨੂੰ ਤੁਹਾਡੀ ਲੋੜ ਨਹੀਂ ਹੋਣੀ, ਜੇ ਸਰਕਾਰ ਨਾ ਬਣੀ ਤੇ ਫਿਰ ਵੀ ਉਹਨਾਂ ਨੇ ਵੀ ਸਾਨੂੰ ਤੁਹਾਡੀ ਲੋੜ ਹੀ ਨਹੀਂ, ਕਿਉਂ ਕਰਨ ਤੁਸੀਂ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਇਹੋ ਜਿਹਾ ਕੋਈ ਜੋਖਮ ਨਹੀਂ ਲੈਣਾ ਚਾਹੀਦਾ ਵੀ ਇਹਦੀ ਬਦੌਲਤ ਜਿਹੜਾ ਅਸੀਂ ਕੋਈ ਸੀਟ ਹਰੇ, ਜੇ ਸੀਟ ਹਰੀ ਤੇ ਉਹ ਕੈਪਟਨ ਉੱਤੇ ਪੁੱਠਾ ਪੈ ਸਕਦਾ ਵਾ। ਲੇਕਿਨ ਕੈਪਟਨ ਦੀ ਸੋਚ ਇਹ ਆ ਵੀ ਹਰਸਿਮਰਤ ਕੌਰ ਉੱਥੋਂ ਜਿੱਤੇ ਜੀ। ਭੱਟੀ ਸਾਹਿਬ, ਬੜੇ NRI ਵੀਰਾਂ ਦੇ ਫੋਨ ਆ ਰਹੇ ਆ ਬਾਹਰੋਂ ਕਿ ਬੀਬੀ ਖਾਲੜਾ ਜਿਹੜੇ ਆ ਉਹ ਜ਼ਰੂਰ ਜਿੱਤਣੇ ਚਾਹੀਦੇ ਆ, ਉੱਥੇ ਕਿਵੇਂ ਦੇ ਹਾਲਾਤ ਆ ਸੀਟ ਦੇ ਉੱਤੇ, ਕੀ ਦੂਸਰੀਆਂ ਪਾਰਟੀਆਂ ਜਿਹੜੀਆਂ ਆ ਉਹ ਉਹਨਾਂ ਨੂੰ ਸਮਰਥਨ ਦੇਣਗੀਆਂ ਜਾਂ ਆਪਣੇ ਕੈਂਡੀਡੇਟ ਵਿਡਰਾ ਕਰ ਲੈਣਗੀਆਂ। ਤੁਸੀਂ ਕੀ ਦੇਖਦੇ ਹੋ ਬੀਬੀ ਖਾਲੜਾ ਦੀ ਸਥਿਤੀ ਨੂੰ, ਕਿਵੇਂ ਦੇਖਦੇ ਹੋ ਕਿ ਉਹਨਾਂ ਦੀ ਜਿੱਤ ਜਿਹੜੀ ਆ ਉਹ ਵਾਕਿਆ ਹੀ ਉੱਥੋਂ ਹੋਏਗੀ ਜਾਂ ਫਿਰ ਦੂਸਰੀਆਂ ਪਾਰਟੀਆਂ ਜੇਕਰ ਉਹਨਾਂ ਨੂੰ ਸਮਰਥਨ ਦੇ ਦਿੰਦੀਆਂ ਫਿਰ ਜਿੱਤ ਜਿਹੜੀ ਆ ਉਹ ਸੌਖੇ ਤਰੀਕੇ ਨਾਲ ਹੋ ਸਕਦੀ ਹੈ, ਜਾਂ ਫਿਰ ਕੈਂਡੀਡੇਟ ਵਿਡਰਾ ਹੋ ਜਾਂਦੇ ਆ ਤਾਂ ਹੋ ਸਕਦੀ ਹੈ, ਜਾਂ ਫਿਰ ਕਾਂਗਰਸ ਦਾ ਪੱਲੜਾ ਭਾਰੀ ਆ, ਜਸਬੀਰ ਸਿੰਘ ਡਿੰਪਾ ਦਾ ਨਾਮ ਜਿਹੜਾ ਉਹ ਵੀ ਚਰਚਾ ਦੇ ਵਿੱਚ ਹੈਗਾ ਖਡੂਰ ਸਾਹਿਬ ਤੋਂ। ਪਹਿਲੀ ਗੱਲ ਤੇ ਇਹ ਜੀ ਅਜੇ ਉਹ ਮੈਦਾਨ ਭਖਿਆ ਨਹੀਂ, ਭਖਿਆ ਇਸ ਕਰਨੀ ਭਖਣਾ ਉਸ ਦਿਨ ਜਿਸ ਦਿਨ ਜਿਹੜੀ ਸੀ ਕਾਂਗਰਸ ਦਾ ਉਮੀਦਵਾਰ ਡਿਕਲੇਅਰ ਹੋ ਗਿਆ, ਆਪ ਦਾ ਉਮੀਦਵਾਰ ਡਿਕਲੇਅਰ ਹੋ ਗਿਆ। ਹਾਲੀ ਕਿ ਭਗਵੰਤ ਮਾਨ ਨੇ ਇਸ਼ਾਰਾ ਕਰ ਦਿੱਤਾ ਕਿ ਅਸੀਂ ਆਪ ਵੱਲੋਂ ਜਿਹੜੀ ਹੈ ਉਹ ਬੀਬੀ ਖਾਲੜਾ ਦੀ ਸਪੋਰਟ ਕਰਾਂਗੇ ਜੀ। ਜੇ ਉਹ ਕਰਦੇ ਤੇ ਚੰਗੀ ਗੱਲ ਜੀ। ਰਣਜੀਤ ਸਿੰਘ ਬ੍ਰਹਮਪੁਰਾ ਨੇ ਇੰਨੀ ਗੱਲ ਕਹਿਤਾ ਟਕਸਾਲੀ ਮੁਖੀ ਨੇ ਵੀ ਅਸੀਂ ਆਪਣਾ ਕੈਂਡੀਡੇਟ ਵਿਡਰਾ ਨਹੀਂ ਕਰਾਂਗੇ, ਲੇਕਿਨ ਅਸੀਂ ਮੰਗ ਕਰਦੇ ਹਾਂ ਵੀ ਸਾਰੇ ਦਲ ਰਲ ਕੇ ਅਸੀਂ ਜਿਹੜੀ ਸੀ ਬੀਬੀ ਖਾਲੜਾ ਨੂੰ ਰਾਜ ਸਭਾ ਦੇ ਵਿੱਚ ਜਿਹੜਾ ਸੀ ਰਾਜ ਸਭਾ 'ਚ ਭੇਜੀ ਜੀ। ਜੇ ਉਹ ਵਿਡਰਾ ਨਹੀਂ ਕਰਦੇ, ਇੱਕ ਗੱਲ ਤਾਂ ਸੱਚੀ ਹੈ ਕਿਉਂਕਿ ਉਹਨਾਂ ਨੇ ਆਪਣਾ ਉਮੀਦਵਾਰ ਜਿਹੜਾ ਬੀਬੀ ਖਾਲੜਾ ਤੋਂ ਪਹਿਲਾਂ ਡਿਕਲੇਅਰ ਕਰਤਾ ਸੀ, ਮੁੜ ਕੇ ਉਮੀਦਵਾਰ ਵਾਪਸ ਲੈਣਾ ਬੜਾ ਮੁਸ਼ਕਲ ਹੁੰਦਾ। ਇਹ ਗੱਲ ਉਹ ਠੀਕ ਨੇ ਉੱਥੇ ਜੀ। ਜਦੋਂ ਬੀਬੀ ਖਾਲੜਾ ਨੂੰ ਪਹਿਲਾਂ ਕਿਹਾ ਸੀ ਉਦੋਂ ਉਹ ਮੰਨੀ ਨਹੀਂ ਤੇ ਉਹ ਲੜਾਉਣ ਵਾਸਤੇ ਤਿਆਰ ਸੀ ਆਪਣੇ ਵੱਲੋਂ ਟਕਸਾਲੀ ਜੀ। ਹੁਣ ਇਹ ਗੱਲ ਆਪਾਂ ਕਹੀ ਜਾਂਦੇ ਵੀ ਜਿੱਤੂਗੀ ਕਿ ਨਹੀਂ ਜਿੱਤੂਗੀ, ਜਿਹੜੇ ਆਪਣੇ ਸਾਡੇ ਵਿਦੇਸ਼ਾਂ 'ਚ ਵੀਰ ਬੈਠੇ, ਹੁਣ ਸਿਡਨੀ 'ਚ ਮੀਟਿੰਗ ਹੋਈ ਆ ਆਸਟ੍ਰੇਲੀਆ 'ਚ, ਉਹਨਾਂ ਨੇ ਸਾਰਿਆਂ ਨੇ ਮਦਦ ਕਰਨਾ ਪ੍ਰੋਸੈਸਤਾ ਵੀ ਮਨਵਿੰਦਰ ਸਿੰਘ ਜਿਹੜਾ ਗਿਆਸਪੁਰਾ ਫਤਿਹਗੜ੍ਹ ਸਾਹਿਬ ਤੋਂ ਜੀ ਤੇ ਬੀਬੀ ਖਾਲੜਾ ਤਰਨਤਾਰਨ ਸਾਹਿਬ ਖਡੂਰ ਸਾਹਿਬ ਤੋਂ ਅਸੀਂ ਜਿਹੜੀ ਸੀ ਸਪੋਰਟ ਕਰਾਂਗੇ ਜੀ। ਅਸੀਂ ਉਹਦੀ ਤਨ ਦੀ ਵੀ ਕਰਾਂਗੇ, ਧਨ ਦੀ ਵੀ ਕਰਾਂਗੇ, ਮਨ ਦੀ ਵੀ ਕਰਾਂਗੇ ਜੀ। ਲੇਕਿਨ ਜਿਹੜੀਆਂ ਗਰਾਊਂਡ ਲੈਵਲ ਦੀਆਂ ਸਾਡੀਆਂ ਹਾਲਾਤ ਆ ਨਾ ਇੱਥੇ, ਉਹ ਉਹਨਾਂ ਲੋਕਾਂ ਨੂੰ ਨਹੀਂ ਪਤਾ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਜੀ। ਉਹ ਸਿਰਫ ਇੱਕੋ ਹੀ ਵੇਖਦੇ ਆ ਵੀ ਨਹੀਂ ਬੀਬੀ ਖਾਲੜਾ ਦਾ ਹੱਕ ਬਣਦਾ, ਹੱਕ ਤਾਂ ਬਣਦਾ ਜ਼ਰੂਰ ਅਸੀਂ ਕਹਿੰਦੇ ਹਾਂ, ਲੇਕਿਨ ਦੇਣਾ ਜਿਹੜਾ ਵਾ ਉਹ ਵੋਟਰਾਂ ਨੇ, ਉੱਥੇ ਰੈਫਰੀ ਜਿਹੜੇ ਵੋਟਰ ਹੋਣੇ। ਬੀਬੀ ਖਾਲੜਾ ਦੇ ਕੋਲ ਅਸੀਂ ਫਿਰ ਇਹੀ ਗੱਲ ਕਹਿੰਦੇ ਦੁਬਾਰਾ ਨੇ ਵੀ ਬੀਬੀ ਖਾਲੜਾ ਕੋਲੋਂ ਨੈਟਵਰਕ ਨਹੀਂ, ਜਿੰਨੀ ਵੋਟ ਮਿਲਣੀ ਉਹਨੂੰ ਸਿੰਪਥੀ ਦੀ ਮਿਲਣੀ ਆ। ਅਕਾਲੀਆਂ ਦੇ ਕੋਲ ਤੇ ਕਾਂਗਰਸ ਦੇ ਕੋਲ ਨੈਟਵਰਕ ਆ, ਹਰ ਗਲੀ ਦੇ ਵਿੱਚ, ਹਰ ਮਹੱਲੇ ਦੇ ਵਿੱਚ, ਹਰ ਪਿੰਡ ਦੇ ਵਿੱਚ ਨਾ ਵਰਕਰ ਵੀ ਬੈਠਾ, ਉਹਦੇ ਲੀਡਰ ਵੀ ਬੈਠੇ ਆ ਜੀ। ਤੇ ਵੋਟ ਜਿਹੜੀ ਆ ਉਹ ਵਰਕਰਾਂ ਨੇ ਕੱਢਣੀ ਹੁੰਦੀ ਆ ਜੀ। ਹੁਣ ਬੀਬੀ ਖਾਲੜਾ ਆਪਣਾ ਨੈਟਵਰਕ ਨਹੀਂ ਹੈਗਾ, ਜੇ ਉਹਦਾ ਡਿਪੈਂਡ ਕਰਦਾ ਸਿਰਫ ਓਨਲੀ ਸਿੰਪਥੀ ਵੋਟ ਦੇ ਉੱਤੇ। ਸਿੰਪਥੀ ਵੋਟ ਉਹਨੂੰ ਕਿੰਨੀ ਕੁ ਮਿਲਦੀ ਆ ਇਹ ਤੇ ਜਦੋਂ ਅਕਾਲੀ ਉਮੀਦਵਾਰ ਸਾਹਮਣੇ ਆਏਗਾ ਉਦੋਂ ਪਤਾ ਲੱਗੇਗਾ।
ਅਕਾਲੀ ਉਮੀਦਵਾਰ ਦੇ ਸੋਚੋ ਤੁਸੀਂ ਵੀ ਜੇ ਤਰਨਤਾਰਨ ਹਲਕਾ ਇਹ ਹਮੇਸ਼ਾ ਹੀ ਜਿਹੜਾ ਵਾ ਉਹ ਪੰਥਕ ਰਿਹਾ ਜੀ। ਇਹਦੇ ਵਿੱਚੋਂ 3 ਹਲਕੇ ਅਰਕੀ ਮਾਝੇ ਦੇ ਵਿੱਚ ਜਿਹੜੇ ਵਿਧਾਨ ਸਭਾ ਹਲਕੇ ਨੇ 3 ਹਲਕੇ ਜਿਹੜੇ ਆ ਉਹ ਦੁਆਬੇ ਦੇ ਨੇ ਤੇ 6 ਮਾਝੇ ਦੇ ਜੀ ਤੇ 6 ਮਾਝੇ ਦੇ ਹੋਣ ਕਰਕੇ ਉਹ ਲਗਭਗ ਸਾਰੇ ਹੀ ਟਕਸਾਲ ਦੇ ਸਾਰੇ ਪੰਥਕ ਨੇ ਜੀ। ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਕਿ ਜੇ ਕਿਤੇ ਕੋਈ ਉਮੀਦਵਾਰ ਮਾੜਾ ਮਿਲ ਗਿਆ ਕਾਂਗਰਸ ਦਾ ਜੀ ਤੇ ਫਿਰ ਬੀਬੀ ਦਾ ਦਾਅ ਲੱਗ ਸਕਦਾ। ਵੈਸੇ ਜੇ ਤਕੜਾ ਉਮੀਦਵਾਰ ਕੋਈ ਆ ਗਿਆ ਤੇ ਫਿਰ ਚਾਂਸ ਘੱਟ ਕਿ ਬੀਬੀ ਕੋਲ ਨੈਟਵਰਕ ਨਹੀਂ ਹੈਗਾ। ਇਕੱਲੇ ਪੈਸੇ ਨਾਲ ਕੰਮ ਨਹੀਂ ਚੱਲਦਾ, ਇਕੱਲੇ ਮਿਹਨਤੀਆਂ ਕਰਨ ਗੱਲ ਨਹੀਂ ਬਣਦੀ, ਕਹਿੰਦੇ ਸਿੱਖੀ ਦੀ ਗੱਲ ਨਹੀਂ ਬਣਦੀ, ਕਿ ਨੈਟਵਰਕ ਦੀ ਲੋੜ ਆ। ਨੈਟਵਰਕ ਨਹੀਂ ਹੈ ਬੀਬੀ ਜੀ। ਭੱਟੀ ਸਾਹਿਬ, ਇਸ ਦੇ ਨਾਲ ਗੱਲ ਕੀਤੀ ਜਾਵੇ ਤਾਂ ਜਿਹੜੇ ਲਾਲ ਕ੍ਰਿਸ਼ਨ ਅਡਵਾਨੀ ਨੇ ਉਹਨਾਂ ਨੇ ਵੀ ਜਿਹੜੀ ਆ ਉਹ ਕਾਫੀ ਇੱਕ ਬਲੌਗ ਲਿਖ ਕੇ ਤੇ ਉਹਨਾਂ ਨੇ ਗੁੱਸਾ ਕੱਢਿਆ ਆ ਬੀਜੇਪੀ ਦੇ ਉੱਤੇ, ਕਹਿ ਲਿਆ ਜਾਵੇ ਜਾਂ ਨਰਿੰਦਰ ਮੋਦੀ। ਚਲੋ ਨਾਮ ਤਾਂ ਉਹਨਾਂ ਨੇ ਨਹੀਂ ਲਿਆ, ਪਰ ਫਿਰ ਵੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਟਿਕਟ ਜਿਹੜੀ ਨਹੀਂ ਦਿੱਤੀ ਗਈ ਉਮਰ ਦੇ ਹਿਸਾਬ ਦੇ ਨਾਲ। ਕਿਹਾ ਜਾ ਰਿਹਾ ਕਿ ਉਹਨਾਂ ਦੀ 91 ਸਾਲ ਉਮਰ ਹੋ ਗਈ ਆ, ਇਸ ਕਰਕੇ ਨਹੀਂ ਟਿਕਟ ਉਹਨਾਂ ਨੂੰ ਦਿੱਤੀ ਗਈ। ਤੇ ਉਹਨਾਂ ਨੇ ਜਿਹੜਾ ਗੁੱਸਾ ਕੱਢਿਆ ਆ ਉਹ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਨੂੰ, ਕਿ ਇਹ ਵਾਕਿਆ ਹੀ ਉਹਨਾਂ ਦਾ ਜਾਇਜ਼ ਆ ਕਿ ਉਹਨਾਂ ਨੂੰ ਦਰਕਿਨਾਰ ਕੀਤਾ ਗਿਆ ਆ? ਉਹਨਾਂ ਨੂੰ ਇੱਕ ਕੱਦਾਵਰ ਲੀਡਰ ਸੀਗੇ, ਕਾਫੀ ਲੰਬੇ ਸਮੇਂ ਤੋਂ ਬੀਜੇਪੀ ਵਾਸਤੇ ਕੰਮ ਕਰ ਰਹੇ ਸੀਗੇ, ਪਰ ਮੋਦੀ ਦੇ ਆਉਣ ਤੋਂ ਬਾਅਦ ਦੇ ਵਿੱਚ ਲਗਾਤਾਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਨਮਾਨ ਨਹੀਂ ਮਿਲ ਸਕਿਆ। 1985 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਜੀ, ਉਸ ਟਾਈਮ ਦੇ ਉੱਤੇ ਤੁਸੀਂ ਇਹ ਹਿਸਾਬ ਲਾ ਲਓ ਵੀ ਸਿਰਫ 2 ਸੀਟਾਂ ਮਿਲੀਆਂ ਸੀ ਬੀਜੇਪੀ ਨੂੰ ਜੀ। ਤੇ ਜਿਸ ਤਰੀਕੇ ਨਾਲ ਅਡਵਾਨੀ ਸਾਹਿਬ ਨੇ ਗੇਮ ਚੱਲੀ ਜੀ, ਜਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਬੀਜੇਪੀ ਨੂੰ ਤਾਂ ਉਭਾਰਿਆ, ਉਹਨਾਂ ਰੱਥ ਜਤਾਵਾਂ ਕੀਤੀਆਂ। ਫਿਰ ਵੇਖੋ ਨਾ, ਮੀਰ ਬਾਕੀ ਜਿਹੜਾ ਬਾਬਰ ਦਾ ਖਾਸਮ ਖਾਸ ਸੀ ਉਹ ਅਯੁੱਧਿਆ ਆਇਆ, ਬਾਬੇ ਨਾਨਕਪੁਰੀ ਗਏ, ਗੁਰੂ ਗੋਬਿੰਦ ਸਿੰਘ ਦੀ ਲੈ ਲਓ ਗੱਲ ਤੁਸੀਂ ਜੀ, ਤੁਸੀਂ ਲਾਸੀ ਰਮੈਣ ਲੈ ਲਓ ਤੁਸੀਂ, ਕਿਤੇ ਵੀ ਜ਼ਿਕਰ ਨਹੀਂ ਆਉਂਦਾ ਕਿ ਬਾਬਰੀ ਮਸਤ ਵਾਲੀ ਜਗ੍ਹਾ ਤੇ ਥੱਲੇ ਮੰਦਰ ਸੀ। ਕਿਤੇ ਵੀ ਜ਼ਿਕਰ ਨਹੀਂ ਹੁੰਦਾ ਵੀ ਢਾਹ ਕੇ ਬਣਾਇਆ ਗਿਆ। ਕਿਸੇ ਵੀ ਹਿੰਦੂ ਪਹਿਲਾਂ ਵਿਦਵਾਨ ਨੇ ਇਹ ਚੀਜ਼ ਕਿਤੇ ਨਹੀਂ ਲਿਖੀ ਆਪਣੇ ਪੂਰੇ ਇਤਿਹਾਸ ਦੇ ਵਿੱਚ ਜੀ। ਲੇਕਿਨ ਇਹਨਾਂ ਨੇ ਇੱਕ ਗੱਲ ਉਜਾਗਰ ਕਰਤੀ, ਇੱਕ ਮੁੱਦਾ ਉਜਾਗਰ ਕਰਤਾ ਅਡਵਾਨੀ ਸਾਹਿਬ ਨੇ ਵੀ ਨਹੀਂ ਜੀ, ਬਾਬਰੀ ਮਸਜਿਦ ਜਿਹੜੀ ਆ ਇੱਥੇ ਜਿਹੜੇ ਹਿੰਦੂਆਂ ਦਾ ਮੰਦਰ ਢਾਹ ਕੇ ਇੱਥੇ ਜਨਮ ਸਥਾਨ ਸੀ ਆਪਣੇ ਰਾਮ ਚੰਦਰ ਜੀ ਦਾ, ਤੇ ਉਹਨੂੰ ਢਾਹ ਕੇ ਬਣਾਇਆ ਜਾਊਗਾ। ਉਹ ਤਾਂ ਇਹੋ ਜਿਹੀ ਮੂਵਮੈਂਟ ਚਲਾਈ ਕਿ ਮੁੜ ਕੇ ਜਿਹੜੀ ਬੀਜੇਪੀ ਦੇ ਹੱਥ 'ਚ ਵੇਵ ਚੱਲੀ। ਵੇਵ ਚੱਲਣ ਤੋਂ ਬਾਅਦ ਫਿਰ 3 ਸਰਕਾਰਾਂ ਬਣਾਈਆਂ। ਪਹਿਲੀ 96 'ਚ ਬਣਾਈ, ਮੁੜ ਕੇ 98 'ਚ ਬਣਾਈ, ਮੁੜ ਕੇ 99 'ਚ ਬਣਾਈ ਜੀ। 3 ਸਰਕਾਰਾਂ ਬਣਾਈਆਂ ਇਹਨਾਂ ਨੇ। ਚੌਥੀ ਸਰਕਾਰ ਬਣਾਈ ਫਿਰ ਮੋਦੀ ਸਾਹਿਬ ਨੇ ਆ ਕੇ ਜੀ। ਉਹ ਦੇਣ ਸਿਰਫ ਤੇ ਸਿਰਫ ਅਡਵਾਨੀ ਸਾਹਿਬ ਦੀ ਸੀ ਜੀ। ਹੁਣ ਅਡਵਾਨੀ ਸਾਹਿਬ ਨੂੰ ਤੁਸੀਂ ਜਿਹੜਾ ਸੀ ਪਹਿਲਾਂ ਉਹਨਾਂ ਦੀ ਗੋਡੀ ਹੱਥ ਲਾਉਂਦੇ ਸੀ ਜਾ ਕੇ ਜੀ ਤੁਸੀਂ ਸਾਡੇ ਗੁਰੂ ਹੋ। ਉਹਨਾਂ ਨੇ ਆਪਣੇ ਅਮਿਤ ਸ਼ਾਹ ਦੇ ਮੋਦੀ ਨੂੰ ਇਹ ਸਿਆਸਤ ਲੈ ਕੇ ਇਹ ਆਏ ਸੀ। ਇਹਨਾਂ ਨੇ ਮੁੱਖ ਮੰਤਰੀ ਬਣਾਇਆ ਸੀ, ਇਹਨਾਂ ਨੇ MLA ਬਣਾਇਆ ਸੀ, ਮੁੱਖ ਮੰਤਰੀ ਬਣਾਇਆ ਸੀ। ਹੁਣ ਅੱਜ ਦੀ ਡੇਟ ਦੇ ਵਿੱਚ ਮੁਰਲੀ ਮਨੋਹਰ ਜੋਸ਼ੀ ਆ, ਅਡਵਾਨੀ ਆ, ਇੱਕ ਕੱਦਵਰ ਨੇਤਾ ਜੀ। ਇਹਨਾਂ ਨੇ ਪਾਸੇ ਕਰਕੇ ਮੈਂ ਸੋਚਦਾ ਵੀ ਬਹੁਤਾ ਚੰਗਾ ਨਹੀਂ ਕੀਤਾ। ਜੇ ਪਾਸੇ ਵੀ ਕਰਨਾ ਤੇ ਸਤਿਕਾਰ ਨਾਲ ਕੀਤਾ ਜਾ ਸਕਦਾ ਸੀ, ਤਿਰਸਕਾਰ ਨਹੀਂ ਸੀ ਕਰਨਾ ਚਾਹੀਦਾ। ਸੁਮਿਤਰਾ ਮਹਾਜਨ ਜਿਹੜੀ ਇਹਨਾਂ ਦੀ ਹੈਗੀ ਆ, ਇੰਦੌਰ ਤੋਂ 8 ਵਾਰੀ ਜਿਹੜੀ ਆ ਲੋਕ ਸਭਾ ਦੀ ਸੀਟ ਜਿੱਤੀ ਉਹਨੇ, ਤੇ 9ਵੀਂ ਵਾਰੀ ਕਹਿ ਦਿੱਤਾ ਕਿ ਤੈਨੂੰ ਟਿਕਟ ਨਹੀਂ ਦੇਣੀ। ਅਜੇ ਹਜੇ ਟਿਕਟ ਤਾਂ ਨਹੀਂ ਕੀਤੀ, ਲੇਕਿਨ ਉਹਨੇ ਹੁਣ ਆਪ ਹੀ ਰਿਫਿਊਜ਼ ਕਰਤਾ। ਉਹਦਾ ਕਾਰਨ ਕੀ ਸੀ ਜੀ? ਲੀਲਾ ਭਾਈ ਵਘੇਲਾ ਜਿਹੜੀ ਹੈਗੀ ਆ ਉੱਥੋਂ ਦੀ ਗੁਜਰਾਤ ਦੀ ਜੀ, ਗੁਜਰਾਤ ਦੀ ਬੀਬੀ, ਉਹਨੂੰ ਕਹਿਤਾ ਤੇਰੀ ਉਮਰ ਜਿਹੜੀ ਆ 75 ਸਾਲ ਤੋਂ ਉੱਪਰ ਤੈਨੂੰ ਟਿਕਟ ਨਹੀਂ ਮਿਲਣੀ ਜੀ। ਸੁਮਿਤਰਾ ਮਹਾਜਨ ਨੂੰ ਪਤਾ ਲੱਗ ਗਿਆ ਸੀ ਵੀ ਟਿਕਟ ਮੈਨੂੰ ਵੀ ਨਹੀਂ ਮਿਲਣੀ। ਹੁਣ ਇਹ 15-16 ਲੀਡਰ ਜਿਹੜੇ ਟੌਪ ਦੇ ਲੀਡਰ ਜਿਨ੍ਹਾਂ ਨੇ ਪਾਰਟੀ ਵਾਸਤੇ ਬੜਾ ਕੰਮ ਕੀਤਾ, ਉਹਨਾਂ ਨੂੰ ਮੋਦੀ ਸਾਹਿਬ ਨੇ ਇਸ ਕਰਕੇ ਪਾਸੇ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੇਰੀ ਜਿਹੜੀ ਆ ਪ੍ਰਧਾਨ ਮੰਤਰੀਸ਼ਿਪ 'ਚ ਅੜਚਣ ਨਾ ਬਣ, ਰੁਕਾਵਟ ਨਾ ਪੈਦਾ ਕਰਨ ਜੀ। ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਪੰਜਾਬ 'ਚ ਕੀਤਾ ਅਕਾਲੀ ਦਲ ਦੇ ਵਿੱਚ, ਉਹਨਾਂ ਵੀ ਇਹੋ ਕੁਝ ਕੀਤਾ। ਉਹਨਾਂ ਕਿਹਾ ਨੌਜਵਾਨ ਪਨੀਰੀ ਨੂੰ ਅੱਗੇ ਲੈ ਆਓ, ਬੁੱਢਿਆਂ ਠੇਰ ਨੂੰ ਕੱਢ ਦਿਓ। ਉਹ ਖੁਸ਼ੀ ਮਨਾਉਂਦੇ ਸਗੋਂ ਵੀ ਜਿਹੜਾ ਪਰੰਪਰਾ ਸੀ ਜੇ ਗੋਡੇ ਘੁੱਟਣੇ ਪਿੰਡ ਵੀ ਛੱਡ ਗਿਆ, ਢੀਂਡਸਾ ਵੀ ਪਾਸੇ ਹੋ ਗਿਆ, ਸ਼ੇਖਵਾਂ ਵੀ ਪਾਸੇ ਹੋ ਗਿਆ, ਤੇ ਬਾਕੀ ਜਿਹੜੇ ਹੈਗੇ ਉਹਦੇ ਪਾਸੇ ਇਕੱਲੀ ਤਿਆਰੀ 'ਚ ਜੀ। ਉਹਨਾਂ ਦੀ ਵੀ ਇਹੋ ਸੋਚ ਆ ਵੀ ਨੌਜਵਾਨ ਪੀੜ੍ਹੀ ਅੱਗੇ ਆਵੇ ਜਿਹੜੀ ਸਾਨੂੰ ਕੋਈ ਚੈਲੰਜ ਨਾ ਕਰੇ, ਅਸੀਂ ਆਪਣੀ ਮਨਮਾਨੀ ਕਰੀਏ, ਦੋਵੇਂ ਸਾਲਾ ਬਣਾਈ ਆ। ਉਸੇ ਟੌਪਿਕ ਦੇ ਉੱਤੇ ਉਸੇ ਤਰ੍ਹਾਂ ਜਿਹੜਾ ਸੀ ਮੋਦੀ ਸਾਹਿਬ ਕਰ ਰਹੇ, ਮੋਦੀ ਸਾਹਿਬ ਤੇ ਅਮਿਤ ਸ਼ਾਹ ਜੋੜੀ ਜਿਹੜੀ ਹੈਗੀ ਆ ਉਸੇ ਤਰ੍ਹਾਂ ਚੱਲ ਰਿਹਾ। ਆਉਣ ਵਾਲੇ ਸਮੇਂ 'ਚ ਇਹਦੇ ਸਿੱਟੇ ਕੀ ਨਿਕਲਦੇ ਨੇ ਇਹ ਤੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਪਤਾ ਲੱਗੇਗਾ ਜੀ। ਲੇਕਿਨ ਮੈਂ ਸੋਚਦਾ ਵੀ ਬਜ਼ੁਰਗਾਂ ਨੂੰ ਇਸ ਤਰੀਕੇ ਨਾਲ ਉਹਦਾ ਤਿਰਸਕਾਰ ਨਹੀਂ ਕਰਨਾ ਚਾਹੀਦਾ ਜਿਸ ਤਰੀਕੇ ਨਾਲ ਕੀਤਾ ਗਿਆ। ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ, ਸਤਿਕਾਰ ਨਾਲ ਲਾਭੇ ਕਰ ਸਕਦੇ ਜੀ।
ਭੱਟੀ ਸਾਹਿਬ, ਦਰਸ਼ਨੀ ਡਿਊੜੀ ਤਰਨਤਾਰਨ ਦਰਬਾਰ ਸਾਹਿਬ ਦੀ ਢਾਈ ਗਈ ਆ, ਉਸ ਨੂੰ ਲੈ ਕੇ ਕਾਫੀ ਚਰਚਾ ਪਿਛਲੇ ਦਿਨਾਂ ਦੇ ਵਿੱਚ ਰਹੀ ਆ। ਜਿਹੜੇ ਲੋਕ ਉੱਥੇ ਧਰਨਾ ਲਾ ਕੇ ਬੈਠੇ ਸੀਗੇ ਜਥੇਬੰਦੀਆਂ ਦੇ, ਉਹਨਾਂ ਨੇ ਕਿਹਾ ਕਿ ਸਾਨੂੰ ਧਮਕੀਆਂ ਵੀ ਆ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਜਿਹੜੀ ਆ ਉਹ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਇਸ ਦੀ ਜਾਂਚ ਵਾਸਤੇ। ਸੋ ਕੀ ਇਹ ਮਾਮਲਾ ਕਿੱਥੇ ਕੁ ਪਹੁੰਚਾ, ਹੁਣ ਕੀ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ? ਵੇਖੋ ਜੀ, ਜਾਂਚ ਕਮੇਟੀ ਨੇ ਗੁਰਮੀਤ ਸਿੰਘ ਬੂ, ਭਗਵੰਤ ਸਿੰਘ ਸਾਧਕਾ ਤੇ ਭਾਈ ਰਾਮ ਸਿੰਘ ਜੀ, ਜਿਹੜੇ ਮਾਨ ਦਲ ਦੇ ਵਿੱਚ ਉਧਰ ਸ਼ਿਫਟ ਹੋਏ ਜੀ, ਇਹਨਾਂ 3 ਮੈਂਬਰੀ ਕਮੇਟੀ ਨੇ ਨੂੰ ਕੋਆਰਡੀਨੇਟ ਕੀਤਾ ਵਾ ਹਰਬੰਸ ਸਿੰਘ ਲਾਲੂ ਖੋਮਣ, ਜਿਹੜੇ ਮੀਤ ਸਕੱਤਰ ਜੀ। ਇਹਨਾਂ ਨੇ ਜਿਹੜੀ ਆਪਣੀ ਰਿਪੋਰਟ ਜਿਹੜੀ ਕੱਲ ਸਬਮਿਟ ਕਰ ਦਿੱਤੀ ਹੈ ਜੀ, ਤੇ ਪ੍ਰਧਾਨ ਨੇ ਇੰਨੀ ਗੱਲ ਕਹਿ ਦਿੱਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਮੁਕੱਦਮੇ ਦਰਜ ਕਰਾਏ ਜਾਣਗੇ ਜੀ। ਜੇ ਦੋਸ਼ੀਆਂ ਦੇ ਖਿਲਾਫ ਮੁਕੱਦਮੇ ਦਰਜ ਕਰਾਏ ਜਾਂਦੇ ਤੇ ਫਿਰ ਉਹਦੇ ਵਿੱਚ ਖੁਸ਼ਵਿੰਦਰ ਸਿੰਘ ਜਿਹੜਾ ਪੱਟੀ ਤੋਂ ਇਹਨਾਂ ਦਾ ਮੈਂਬਰ ਹੈ ਸੀਪੀਸੀ, ਉਹ ਗੁਰਬਚਨ ਸਿੰਘ ਕਰਮੂਵਾਲਾ ਤੇ ਬਲਵਿੰਦਰ ਸਿੰਘ ਜੀ, ਇਹ 3 ਬੰਦੇ ਮੈਂਬਰ ਜਿਹੜੇ ਉਹ ਵੀ ਸ਼ਾਮਲ ਹੁੰਦੇ ਆ। ਇਹ ਪਰਚਾ ਦਰਜ ਕਰਾਉਂਦੇ ਕਿ ਨਹੀਂ ਕਰਾਉਂਦੇ, ਕਿ ਸਿਰਫ ਬਾਬਿਆਂ ਦੇ ਪਰਚਾ ਦਰਜ ਕਰਾ ਕੇ ਖਤਮ ਕਰ ਦਿੰਦੇ ਆ ਜੀ। ਹਾਲੀ ਉਹਨਾਂ ਸਿਫਾਰਿਸ਼ ਕਰਤੀ ਕਿ ਅਸੀਂ ਸੰਬੰਧਿਤ ਜਿਹੜਾ ਮੀਤ ਮੈਨੇਜਰ ਨੂੰ ਕਹਿ ਦਿੱਤਾ ਕਿ ਇੱਥੇ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾਵੇ। ਪਰਚਾ ਦਰਜ ਹੁੰਦਾ ਜਾਂ ਨਹੀਂ ਹੁੰਦਾ ਇਹ ਤੇ ਬਾਅਦ ਦੀ ਗੱਲ ਆ, ਲੇਕਿਨ ਮੈਂ ਸੋਚਦਾ ਕਿ ਸ਼੍ਰੋਮਣੀ ਕਮੇਟੀ ਇਸ ਮੁੱਦੇ ਨੂੰ ਲੈ ਕੇ ਅਜੇ ਹੀ ਫਸੀ, ਉਹਨੂੰ ਨਿਕਲਣ ਦਾ ਰਸਤਾ ਨਹੀਂ ਲੱਭ ਰਿਹਾ ਜੀ। ਹੁਣ ਅੱਕੀ ਵੀ ਅੱਖ ਮਾਰਦੀ ਵੀ ਕਿਸੇ ਨੇ ਕਿਸੇ ਤਰੀਕੇ ਨਾਲ ਮਾਮਲਾ ਠੰਡਾ ਪੈ ਜਾਏ, ਲੇਕਿਨ ਜਿਸ ਤਰੀਕੇ ਨਾਲ ਮਾਮਲਾ ਬਾਰ-ਬਾਰ ਉੱਪਰ ਰਿਹਾ, ਵਿਦੇਸ਼ਾਂ ਤੋਂ ਲੋਕ ਫੋਨ ਕਰ ਰਹੇ ਆ, ਉਹ ਨਾ ਬੜੀ ਕਸੂਤੀ ਕੜਿੱਕੀ 'ਚ ਫਸੇ ਆ। ਹੁਣ ਦੇਖਦੇ ਆ ਜੀ ਅਗਲੇ ਦਿਨਾਂ ਦੇ ਵਿੱਚ ਜੇ ਤੇ ਪਰਚਾ ਦਰਜ ਕਰ ਦਿੱਤਾ ਤੇ ਫਿਰ ਸੋਚਾਂਗੇ ਵੀ ਕਿਤਨੇ ਕਿਤੇ ਸੁਹਿਰਦ ਹੈਗੀ ਇਹਦੇ ਪ੍ਰਤੀ ਆਪਣੀ ਸ਼੍ਰੋਮਣੀ ਕਮੇਟੀ ਜੀ। ਜੇ ਨਹੀਂ ਤੇ ਫਿਰ ਸਮਝਾਂਗੇ ਵੀ ਘੱਟੇ ਕੋਟੀਆਂ ਲਾਤਾਂ ਜਿੱਦਾਂ ਪਹਿਲਾਂ ਲਾਉਂਦੇ ਸੀਗੇ। ਹਾਂ, ਲੋਂਗੇਵਾਲ ਸਿੰਘ ਨੇ ਗੱਲ ਜ਼ਰੂਰ ਕਹੀ ਆ ਵੀ ਜਿਹੜੀ ਇਮਾਰਤ ਹੈਗੀ ਆ, ਜਿਹੜੀ ਉੱਪਰਲਾ ਹਿੱਸਾ ਢਾਇਆ ਗਿਆ, ਉਹ ਸੇਮ ਐਜ ਇਟ ਇਜ਼ ਉਸੇ ਤਰ੍ਹਾਂ ਬਣਾਇਆ ਜਾਊਗਾ ਜੀ। ਇਹ ਬਣਾਉਂਦੇ ਕਿ ਨਹੀਂ ਬਣਾਉਂਦੇ, ਕਿ ਜਿਹੜੀ ਉਹਦੀ ਮੀਨਾਕਾਰੀ ਕੀਤੀ ਗਈ ਸੀ, ਜੋ ਉਹਦੇ ਵਿੱਚ ਲਾਏ ਗਏ ਸੀ, ਕੋਰਲ ਦੇ ਪੱਥਰ ਲਾਏ ਗਏ ਸੀ, ਬੜਾ ਕੁਝ ਲਾਇਆ ਗਿਆ ਸੀ, ਇਹ ਲਾਉਂਦੇ ਕਿ ਨਹੀਂ ਲਾਉਂਦੇ ਜੀ, ਇਹ ਤੇ ਹੁਣ ਸਮਾਂ ਦੱਸੂਗਾ। ਲੇਕਿਨ ਹਾਲ ਦੀ ਘੜੀ ਅਜੇ ਮੈਂ ਸੋਚਦਾ ਵੀ ਬਹੁਤ ਹੀ ਪ੍ਰੋਗਰੈਸ ਦੇ ਬਾਰੇ ਕੋਈ ਗੱਲਬਾਤ ਨਹੀਂ ਕਰੀ ਅਸੀਂ ਜੀ। ਕਰਤਾਰਪੁਰ ਸਾਹਿਬ ਲਾਂਘੇ ਦੀ ਵੀ ਜਿਹੜਾ ਕੰਮ ਆ ਉਹ ਕਾਫੀ ਤੇਜ਼ੀ ਨਾਲ ਹੁਣ ਇਹ ਚਰਚਾ ਦੇ ਵਿੱਚ ਆ ਕਿ ਚੱਲ ਰਿਹਾ ਆ, ਤੇ ਸਤੰਬਰ ਤੋਂ ਪਹਿਲਾਂ ਉਸ ਨੂੰ ਮੁਕੰਮਲ ਕਰਨ ਦੀ ਗੱਲ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਆ। ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਿੱਛੇ ਜੇ ਮੀਟਿੰਗ ਵੀ ਰੱਦ ਹੋਈ ਕਿ ਉਸ ਦੇ ਵਿੱਚ ਗੋਪਾਲ ਸਿੰਘ ਚਾਵਲਾ ਜਿਹੜਾ ਆ ਕਮੇਟੀ ਦੇ ਵਿੱਚ ਸ਼ਾਮਲ ਸੀਗਾ, ਪਾਕਿਸਤਾਨ ਦੀ ਤਰਫੋਂ ਜਿਹੜੀ ਕਮੇਟੀ ਸੀਗੀ ਉਹ ਮੀਟਿੰਗ ਇਸ ਕਰਕੇ ਰੱਦ ਕਰ ਦਿੱਤੀ ਗਈ। ਹੁਣ ਦੇ ਹਾਲਾਤ ਦੀ ਗੱਲ ਕਰੀਏ ਤਾਂ ਕਿਵੇਂ ਆ? ਕੱਲ ਉੱਥੇ ਗੁਰਪ੍ਰਤਾਪ ਸਿੰਘ ਜਿਹੜੇ ਵਡਾਲਾ ਜੀ ਤੇ ਉਹਨਾਂ ਦੇ ਸਾਥੀ ਜੀ, ਉਹਨਾਂ ਨੇ ਕੱਲ ਉੱਥੇ ਜਿਹੜੀ ਅਰਦਾਸ ਕੀਤੀ 219ਵੀਂ ਅਰਦਾਸ ਕੀਤੀ ਜੀ, ਕਿ ਉਹਨਾਂ ਦਾ ਅਰਦਾਸ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਜੀ। ਚੰਗੀ ਗੱਲ, ਹਰ ਮੱਸਿਆ ਦੇ ਮੱਸਿਆ ਅਰਦਾਸ ਕਰਦੇ ਜੀ। ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਸਾਡੀ ਹਿੰਦੁਸਤਾਨ ਗਵਰਨਮੈਂਟ ਆ, ਉਹਨਾਂ ਨੂੰ ਚਾਵਲੇ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ ਜੀ, ਕਿ ਚਾਵਲੇ ਦਾ ਮੁੱਦਾ ਸਿਰਫ ਬਣਾ ਕੇ ਇਹ ਜਾਣ ਬੁੱਝ ਕੇ ਡਿਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ। ਕੋਈ ਚਾਵਲਾ ਉਹਨਾਂ ਦਾ ਸਿਟੀਜ਼ਨ ਜੀ, ਚਾਵਲਾ ਉੱਥੇ ਕੀ ਕਰਦਾ ਕੀ ਨਹੀਂ ਕਰਦਾ ਉਹਨਾਂ ਨੇ ਵੇਖਣਾ ਵਾ ਜੀ। ਲੇਕਿਨ ਤੁਸੀਂ ਕਹਿ ਸਕਦੇ ਆ ਵੀ ਇਹ ਖਾਲਿਸਤਾਨੀ ਹੈ, ਤੇ ਖਾਲਿਸਤਾਨੀ ਹੈ ਕੌਣ ਨਹੀਂ? ਮਾਨ ਤੁਹਾਡੇ ਸ਼ਰੀਅਮ ਚੌਂਕ ਲੋਕੇਦਾਰੇ ਮਾਰਦਾ ਮੈਂ ਖਾਲਿਸਤਾਨੀ ਹੈ ਜੀ। ਉਹ ਖਾਲਿਸਤਾਨ ਸਾਹਿਤ ਮੇਰੇ ਕੋਲ ਹੁੰਦਾ ਵਾ, ਉਹ ਆਪਣੇ ਪੈਡ ਤੇ ਮੇਰੇ ਖਾਲਿਸਤਾਨੀ ਲਿਖਿਆ ਵਾ ਜੀ। ਅਤਿੰਦਰਪਾਲ ਸਿੰਘ ਨੇ ਖਾਲਸਾ ਨੇ ਲਿਖਿਆ ਵਾ। ਇਸੇ ਕਰਕੇ ਇਸ ਮੁੱਦੇ ਇਹ ਮੁੱਦਾ ਬਣਾ ਕੇ ਜਿਹੜਾ ਵਾ ਕਰਤਾਰਪੁਰ ਲਾਂਘੇ ਦੇ ਵਿੱਚ ਅੜਚਨ ਨਹੀਂ ਪਾਉਣੀ ਚਾਹੀਦੀ। ਮੈਂ ਸੋਚਦਾ ਖੈਰ ਫਿਰ ਵੀ ਸ਼ਾਇਦ ਜਿਹੜੀ ਆ ਉਹ ਪਾਕਿਸਤਾਨ ਗਵਰਨਮੈਂਟ ਕਮੇਟੀ ਚੌਧਰੀ ਚਾਵਲਾ ਸਾਹਿਬ ਤੁਸੀਂ ਰਹਿਣ ਦਿਓ, ਕਮੇਟੀ ਦੇ ਵਿੱਚ ਨਾ ਜਾਓ, ਬਾਕੀ ਬੰਦੇ ਚਲੇ ਜਾਣਗੇ। ਇਸ ਕਰਕੇ ਇਹ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ। ਇਹ ਮੁੱਦੇ ਨੂੰ ਬਣਾ ਕੇ ਜਿਹੜਾ ਡਿਲੇ ਹੋ ਸਕਦੀ ਆ। ਵੈਸੇ ਉਹਨਾਂ ਦੇ ਮਹਿੰਦਰਪਾਲ ਸਿੰਘ ਜਿਹੜੇ ਉੱਥੋਂ ਦੇ MP ਨੇ, ਉਹਨਾਂ ਨੇ ਉਦੋਂ ਕਿਹਾ ਸੀ ਇੱਕ ਰੇਡੀਓ ਟਾਕ ਦੇ ਵਿੱਚ ਮੇਰੇ ਨਾਲ, ਉਹਨਾਂ ਕਿਹਾ ਜੀ ਸਾਡੀ ਆਪਣੀ ਖਾਸ਼ ਆ ਵੀ ਸਤੰਬਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੋਤ ਗੁਰਪੁਰਬ, ਅਸੀਂ ਚਾਹੁੰਦੇ ਵੀ ਉਸ ਗੁਰਪੁਰਬ ਤੇ ਪ੍ਰਕਾਸ਼ ਉਸ ਤੋਂ ਪਹਿਲਾਂ ਉਸ ਗੁਰਪੁਰਬ ਤੇ ਇਹ ਲੰਘਾ ਖੁੱਲ ਜਾਵੇ ਤੇ ਕੁਝ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਕੇ ਜਾਣ। ਇਸ ਪਾਸੇ ਵੀ ਜਿਸ ਤਰੀਕੇ ਨਾਲ ਤਿਆਰੀ ਹੋ ਰਹੀ ਆ, ਵੀਰਵਾਰ ਕੱਲ੍ਹ ਦੇ ਦਿਨ 200 ਫੁੱਟ ਚੌੜੀ ਸੜਕ ਬਣਾਉਣੀ ਆ ਜੀ, 4 ਕਿਲੋਮੀਟਰ ਸੜਕ ਬਣਨੀ ਆ। ਉਹ ਜਿਸ ਤਰ੍ਹਾਂ ਉਦਘਾਟਨ ਕਰਕੇ ਸ਼ੁਰੂ ਕੰਮ ਕਰ ਦਿੱਤਾ ਤੇ ਸੜਕ ਬਣਾਉਣੀ ਇਹਨਾਂ ਵਾਸਤੇ ਕੋਈ ਔਖੀ ਨਹੀਂ ਜੀ। ਜਿਹੜੇ ਲੋਕਾਂ ਨੇ ਅੜਚਨ ਪਾਈ ਸੀ ਉਹਨਾਂ ਨੇ ਇੰਨੀ ਗੱਲ ਕਹੀ ਸੀ ਮਾਰਕੀਟ ਕਿੰਨੀ ਵੈਲਿਊ ਕਿੰਨੀ ਆ, ਉਹਨਾਂ ਕਹਿੰਦੇ 17 ਲੱਖ, ਉਹਨਾਂ ਕਹਿੰਦੇ ਜੀ ਗਵਰਨਮੈਂਟ ਨੂੰ 34 ਲੱਖ ਦੇਵੇਗੀ, ਡਬਲ ਦੇਵੇਗੀ 100% ਪਾ ਕੇ। ਤੇ ਮੈਂ ਸੋਚਦਾ ਕਿ ਉਹਨਾਂ ਲੋਕਾਂ ਨੂੰ ਹੁਣ ਜਿਹੜਾ ਵਿੱਚ ਕੋਈ ਤਰੀਕ ਦੀ ਕਿਸੇ ਪ੍ਰਕਾਰ ਦੀ ਕੋਈ ਅੜਚਨ ਨਹੀਂ ਪਾਉਣੀ ਚਾਹੀਦੀ। ਜਿੰਨੇ ਮਿਲਦੇ ਉਹ ਪੈਸੇ ਲੈ ਜਾਣ, ਬਾਕੀ ਬਾਬੇ ਕੇ ਅਰਦਾਸ ਕਰ ਦੇਣਾ ਉਹਨੇ ਆ, ਸ਼ਾਇਦ ਉਹ ਤੋਂ ਵੱਧ ਵੀ ਤੇ ਹੋਰ ਕੁਛ ਮਿਲ ਜਾਣਗੇ ਉਹਨਾਂ ਨੂੰ। ਭੱਟੀ ਸਾਹਿਬ, ਨਕੋਦਰ ਦੇ ਵਿੱਚ ਇੱਕ ਗੋਲੀकांड ਹੋਇਆ ਸੀ ਜਿਸ ਦੇ ਵਿੱਚ
ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਜ਼ਖਮੀ ਵੀ ਹੋਏ ਸਨ ਤੇ ਕੁਝ ਨੌਜਵਾਨ ਸ਼ਹੀਦ ਹੋਏ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹੀ ਉਦੋਂ ਮਾਮਲਾ ਇਹ ਸਾਹਮਣੇ ਆਇਆ ਸੀ। ਦਰਬਾਰਾ ਸਿੰਘ ਗੁਰੂ ਜਿਨ੍ਹਾਂ ਨੂੰ ਅਕਾਲੀ ਦਲ ਦੇ ਵੱਲੋਂ ਹੁਣ ਟਿਕਟ ਦਿੱਤੀ ਜਾ ਰਹੀ ਆ, ਉਹ ਉੱਥੇ ਉਸ ਵੇਲੇ ਡਿਪਟੀ ਕਮਿਸ਼ਨਰ ਸੀਗੇ। ਸੋ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਉਂਗਲਾਂ ਉੱਠ ਰਹੀਆਂ ਨੇ ਕਿ ਇਸ ਵਿਅਕਤੀ ਨੂੰ ਟਿਕਟ ਜਿਹੜੀ ਆ ਦਿੱਤੀ ਗਈ ਕਿਉਂਕਿ ਡੀਸੀ ਹੁੰਦਾ ਇਸਨੇ ਆਪਣੇ ਫਰਜ਼ ਪੂਰੀ ਤਰ੍ਹਾਂ ਨਹੀਂ ਨਿਭਾਏ ਤੇ ਉਸ ਵੇਲੇ ਦਾ ਇਨਸਾਫ ਅਜੇ ਤੱਕ ਵੀ ਨਹੀਂ ਮਿਲ ਸਕਿਆ ਜਿਹੜੇ ਨੌਜਵਾਨ ਸ਼ਹੀਦ ਹੋਏ ਆ। ਕਿਵੇਂ ਇਸ ਚੀਜ਼ ਨੂੰ ਦੇਖ ਰਹੇ ਹੋ? ਪਿਛਲੇ ਦਿਨੀ ਜਦੋਂ ਚਰਨਜੀਤ ਸਿੰਘ ਅਟਵਾਲ ਜਿਹੜੇ ਅਕਾਲੀ ਦਲ ਦੇ ਜਲੰਧਰ ਤੋਂ ਉਮੀਦਵਾਰ ਨੇ ਜੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਪੱਤਰਕਾਰ ਸੰਮੇਲਨ ਦੇ ਵਿੱਚ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਵੀ ਤੁਸੀਂ 1986 ਜਿਹੜਾ ਬੇਅਦਬੀ ਕਾਂਡ ਦੇ ਵਿੱਚ 4 ਮੁੰਡੇ ਮਾਰੇ ਦਿੱਤੇ ਗਏ ਸੀ, ਕਈ ਲੋਕ ਦੀ ਫੱਟੜ ਕੀਤੇ ਸੀ, ਉਹਦੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਜਿਹੜੀ ਆ ਉਹ ਤੁਸੀਂ ਬਾਹਰ ਕਿਉਂ ਨਹੀਂ ਦੇ ਰਹੇ? ਜੀ, ਹੁਣ ਤੁਹਾਡੀ ਸਰਕਾਰ ਦੱਸ ਰਹੀ ਤੁਸੀਂ ਨਹੀਂ ਦੇ ਰਹੇ, ਅੱਜ ਤੁਸੀਂ ਇਹ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਕੋਲੋਂ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਹੈਗਾ। ਹੁਣ ਇਹਨਾਂ ਦਾ ਟਿਕਟ ਦਿੱਤੀ ਫਤਿਹਗੜ੍ਹ ਸਾਹਿਬ ਤੋਂ ਦਰਬਾਰਾ ਸਿੰਘ ਗੁਰੂ ਨੂੰ ਜਿਹੜਾ ਉਸ ਟਾਈਮ ਤੇ ਡੀਸੀ ਸੀ। ਜੀ, ਦਰਬਾਰਾ ਸਿੰਘ ਗੁਰੂ ਦਾ ਇਹ ਕਹਿਣਾ ਵਾ, ਜਿਹੜੀ ਉਹਨਾਂ ਆਪਣੀ ਸਟੇਟਮੈਂਟ ਦਿੱਤੀ ਉਹਨਾਂ ਇੰਨੀ ਗੱਲ ਕਹੀ ਆ ਵੀ ਮੈਂ ਡੀਸੀ ਜ਼ਰੂਰ ਸੀਗਾ, ਨਾ ਮੈਂ ਕਿਸੇ ਕਿਸਮ ਦੀ ਗੋਲੀ ਚਲਾਉਣ ਦੇ ਹੁਕਮ ਦਿੱਤੇ ਆ ਤੇ ਨਾ ਮੈਂ ਉਹਦੇ ਦੋਸ਼ੀ ਆ। ਜੀ, ਨਾ ਮੈਂ ਦੋਸ਼ੀ ਆ ਨਾ ਐਸਐਸਪੀ ਦੋਸ਼ੀ ਆ। ਜਿਹੜਾ ਵੀ ਅਧਿਕਾਰੀ ਸੀ ਉਹਨੇ ਆਪਣੇ ਲੈਵਲ ਤੇ ਉਹ ਗੋਲੀ ਚਲਾਈ ਆ। ਸਵਾਲ ਇਹ ਪੈਦਾ ਹੁੰਦਾ ਸੀ, ਮੰਨ ਲਿਆ ਕਿ ਤੁਸੀਂ ਆਦੇਸ਼ ਨਹੀਂ ਦਿੱਤੇ, ਜ਼ਿੰਮੇਵਾਰ ਡੀਸੀ ਤੁਸੀਂ ਹੋ, ਇਨਸਾਫ ਨਹੀਂ ਮਿਲਿਆ, ਐਸਐਸਪੀ ਜ਼ਿੰਮੇਵਾਰ ਸੀ, ਫਿਰ ਤੁਸੀਂ ਉਦੋਂ ਜਾਂਚ ਕਰਵਾ ਕੇ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ? ਇਹ ਤੁਹਾਡੀ ਰਿਸਪੌਂਸਿਬਿਲਿਟੀ ਸੀ। ਜੀ, ਹੁਣ ਉਹ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦਾ ਵਾਅਦਾ ਦਿੰਦੇ ਵੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦੇ ਵਿੱਚ ਨਾ ਐਸਐਸਪੀ ਦਾ ਤਾਂ ਨਾ ਮੇਰਾ ਦਰਬਾਰਾ ਸਿੰਘ ਦਾ ਨਾਂ ਨਹੀਂ। ਜੀ, ਜੇ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਨਹੀਂ, ਇਹਦਾ ਮਤਲਬ ਨਾ ਤੁਹਾਡਾ ਨਹੀਂਗਾ ਤੇ ਤੁਸੀਂ ਸਮਝਦੇ ਹੋ ਕਿ ਤੁਸੀਂ ਉਹ ਸਰਕਾਰ ਦੇ ਦਬਾਅ ਪਾ ਕੇ ਆਪਣਾ ਕਢਾ ਲਿਆਓਗੇ ਵਿੱਚੋਂ। ਲੇਕਿਨ ਜਨਤਕ ਤੌਰ ਤੇ ਤੁਸੀਂ ਅਨੁਮਾਨ ਚੁੱਕੇ ਹੋ ਕਿ ਸਾਡੇ ਟਾਈਮ ਦੇ ਉੱਤੇ ਗੋਲੀ ਚੱਲੀ, ਅਸੀਂ ਗੋਲੀ ਨਹੀਂ ਚਲਵਾਈ, ਲੇਕਿਨ ਤੁਸੀਂ ਇਹ ਗੱਲ ਦੀ ਜਵਾਬ ਦਿਓ, ਇਸ ਲਈ ਦੋਸ਼ੀ ਹੋ ਕਿ ਤੁਸੀਂ ਦੋਸ਼ੀਆਂ ਨੂੰ ਸਜ਼ਾਵਾਂ ਕੋਈ ਨਹੀਂ ਦਿੱਤੀਆਂ। ਜੀ, ਇਹ ਮੈਂ ਸੋਚਦਾ ਵੀ 2 ਸੀਟਾਂ ਜਿਹੜੀਆਂ ਸੀ ਅਕਾਲੀ ਦਲ ਨੇ ਆਪਣੀਆਂ ਆਪਣੇ 2 ਬੰਦੇ ਖੜ ਕੇ ਜਿਹੜੇ ਸੀ ਕੰਟਰੋਵਰਸ਼ੀਅਲ, ਜੀ, ਆਪ ਸੀਟਾਂ ਇਹਨਾਂ ਨੇ ਹਰਾ ਲਈਆਂ। ਜੀ, ਬੜੇ ਅਫਸੋਸ ਦੀ ਗੱਲ ਆ ਜਦੋਂ 1997 ਤੋਂ ਪਹਿਲਾਂ ਬਾਦਲ ਸਾਹਿਬ ਵੱਖ-ਵੱਖ ਸਟੇਜਾਂ ਤੇ ਕਹਿੰਦੇ ਵੀ ਸਾਡੀ ਸਰਕਾਰ ਬਣੀ, ਅਸੀਂ ਇੱਕ ਲੜਕੇ ਦਾ ਇੱਕ ਮੁੰਡੇ ਜਿਹੜੇ ਮਾਰੇ ਗਏ ਤੇ ਸਾਡੇ ਸ਼ਹੀਦ ਕੀਤੇ ਗਏ ਨੇ ਉਹਦਾ ਹਿਸਾਬ ਲਵਾਂਗੇ। ਲੇਕਿਨ ਸਭ ਤੋਂ ਪਹਿਲਾਂ ਉਸ ਵਿਅਕਤੀ ਨੂੰ ਡੀਜੀਪੀ ਬਣਾਇਆ ਸੀ ਜਿਹੜਾ ਉਹਨਾਂ ਮੁੰਡਿਆਂ ਨੂੰ ਮਾਰਨ ਤੇ ਪਹਿਲੀ ਕਤਾਰ 'ਚ ਖੜਾ ਸੀ। ਜੀ, ਉਹਨੂੰ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਉਸ ਅਧਿਕਾਰੀ ਦੀ ਇੱਕ ਵਾਈਫ ਨੂੰ ਟਿਕਟ ਦਿੱਤੀ ਸੀ ਮਲੇਰਕੋਟਲੇ ਤੋਂ, ਜਿਹੜਾ ਉਸ ਕਤਾਰ ਦੇ ਨਾਲ ਉਸ ਅਧਿਕਾਰੀ ਦੇ ਨਾਲ ਖੜਾ ਸੀ। ਮੁੜ ਕੇ ਉਹਨੂੰ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ, ਭਾਵੇਂ ਉਹ ਸਾਇਲੈਂਟ ਹੈ ਇਸ ਵੇਲੇ, ਲੇਕਿਨ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਅਧਿਕਾਰੀ ਜਿਹੜੇ ਸਿੱਖ ਮੁੰਡਿਆਂ ਨੂੰ ਮਾਰਨ ਵਾਲਾ, ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਾ ਹੈਗਾ ਸੀਨੀਅਰ ਮੀਤ ਪ੍ਰਧਾਨ ਆ। ਤੇ ਇਹਦੇ ਬਾਰੇ ਅਕਾਲੀ ਦਲ ਜਿਹੜਾ ਉਹ ਬੜਾ ਬੁਰੀ ਤਰ੍ਹਾਂ ਫਸਿਆ ਪਿਆ ਵਾ। ਇਹ ਸੀਟਾਂ 2 ਉਹਨਾਂ ਨੇ ਆਪ ਜਿਹੜੀ ਕਾਂਗਰਸ ਨੂੰ ਦੀਆਂ ਵਿਰੋਧੀ ਪਾਰਟੀਆਂ ਨੂੰ ਝੋਲੀ 'ਚ ਪਾ ਕੇ ਦੇ ਦਿੱਤੀਆਂ ਨੇ। ਜੀ, ਤੇ ਇਹਨਾਂ ਨੇ ਆਪ ਹੀ ਦਰਬਾਰਾ ਸਿੰਘ ਗੁਰੂ ਦੇ ਨਾਲ ਜਿੱਤਣਾ ਉੱਥੋਂ, ਨਾ ਉਹਨੂੰ ਕਿਸੇ ਵੋਟ ਪਾਉਣੀ ਆ। ਚਰਨਜੀਤ ਸਿੰਘ ਜਿਹੜਾ ਅਟਵਾਲ ਆ ਉਹਦੇ ਜੋੜਾ 386 ਲੱਖ ਕਾਂਡ ਵੈਸੇ ਬਹਿ ਜਾਣਾ। ਜੀ, ਸੋ ਬਿਲਕੁਲ ਲੈਸਨ ਸੀਨੀਅਰ ਪੱਤਰਕਾਰ ਸਰਦਾਰ ਜਸਪੀਰ ਸਿੰਘ ਜੀ ਪੱਟੀ ਜਿਨ੍ਹਾਂ ਨਾਲ ਅਸੀਂ ਖਬਰਾਂ ਦੇ ਉੱਤੇ ਚਰਚਾ ਕੀਤੀ ਆ ਤੇ ਵੱਖ-ਵੱਖ ਖਬਰਾਂ ਦੇ ਉੱਤੇ ਚਰਚਾ ਕਰਕੇ ਜਿਹੜੀ ਵਿਸਥਾਰਤ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਆ। ਸੋ ਤੁਸੀਂ ਸਿੱਖ ਚੈਨਲ ਨੂੰ ਸਪੋਰਟ ਕਰਦੇ ਰਹੋ। ਇਸੇ ਤਰ੍ਹਾਂ ਅਸੀਂ ਨਵੇਂ ਪ੍ਰੋਗਰਾਮ ਤੇ ਜੋ ਵੀ ਪੰਜਾਬ ਦੇ ਵਿੱਚ ਹੁਣ ਇਲੈਕਸ਼ਨ ਜਿਹੜੀ ਆ ਪੂਰੇ ਭਾਰਤ ਦੇ ਵਿੱਚ ਹੋਣੀ ਹੈ ਤੇ ਪੰਜਾਬ ਦੀਆਂ ਕੀ ਗਤੀਵਿਧੀਆਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਇਸ ਪ੍ਰੋਗਰਾਮ ਨੂੰ ਇੱਥੇ ਅਸੀਂ ਸਮਾਪਤ ਕਰਦੇ ਹਾਂ ਤੇ ਇੱਥੇ ਹੀ ਬੁਲਾਉਂਦੇ ਹਾਂ ਸਾਂਝੇ ਰੂਪ ਦੇ ਵਿੱਚ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।